ਅਸੀਂ ਦਰਸ਼ਨ ਕਰ ਰਹੇ ਹਾਂ ਜਪ ਬਾਣੀ ਦੇ। ਜਪ ਦਾ ਅਰਥ ਹੈ ਸਿਮਰਨ। ਸਾਡਾ ਸਾਰਿਆਂ ਦਾ ਇਹ ਅਕਸਰ ਸਵਾਲ ਹੁੰਦਾ ਵੀ ਸਿਮਰਨ ਕਿਵੇਂ ਕਰਨਾ ਹੈ, ਸਿਮਰਨ ਕਿਸ ਨੂੰ ਕਹਿੰਦੇ ਹਨ। ਸੋਚ ਕੇ ਵੇਖੀਏ, ਸਤਿਗੁਰੂ ਜੀ ਨੇ ਤੇ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾਇਆ ਹੀ ਸਿਮਰਨ ਹੈ, ਜਪ ਬਾਣੀ ਹੈ। ਜੇ ਹਾਲੇ ਵੀ ਸਾਡਾ ਸਵਾਲ ਹੈ ਨਾ, ਇਹਦਾ ਮਤਲਬ ਅਸੀਂ ਜਪ ਬਾਣੀ ਦੇ ਦਰਸ਼ਨ ਕਰ ਨਹੀਂ ਸਕੇ। ਸਤਿਗੁਰ ਇਸ ਬਾਣੀ ਵਿੱਚ ਦੱਸ ਰਹੇ ਹਨ ਸਿਮਰਨ ਕਿਵੇਂ ਕਰਨਾ ਹੈ, ਸਿਮਰਨ ਕਿਸ ਨੂੰ ਕਹਿੰਦੇ ਹਨ। ਆਓ ਅਸੀਂ ਬੜੇ ਪਿਆਰ ਦੇ ਨਾਲ ਇਸ ਬਾਣੀ ਨਾਲ ਜੁੜਨ ਦਾ ਯਤਨ ਕਰੀਏ। ਕੱਲ੍ਹ ਸ਼ਲੋਕ ਦੀ ਸੰਖੇਪ ਵਿਚਾਰ ਅਸੀਂ ਸਰਵਣ ਕੀਤੀ ਸੀ। ਮੇਰੇ ਮਾਲਕ ਨੇ ਸਮਝਾਇਆ ਸੀ, ਜੋ ਦਿਸ ਰਿਹਾ ਉਹ ਸਭ ਕੁਝ ਬਿਨਸਨਹਾਰ ਹੈ, ਸੱਚ ਨਹੀਂ ਹੈ। ਪਰ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਇਹ ਸਾਰਾ ਤਮਾਸ਼ਾ ਲਗਾਇਆ ਹੋਇਆ ਹੈ, ਬਾਜ਼ੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਇਹ ਜਦੋਂ ਤਮਾਸ਼ਾ ਨਹੀਂ ਸੀ ਉਦੋਂ ਵੀ ਉਹ ਸੀ। ਇਹ ਤਮਾਸ਼ਾ ਚੱਲ ਰਿਹਾ ਹੈ, ਸ਼ੁਰੂ ਜਦੋਂ ਹੋਇਆ ਉਦੋਂ ਵੀ ਸੀ, ਜਦੋਂ ਤੱਕ ਚੱਲ ਰਿਹਾ ਉਦੋਂ ਵੀ ਹੈ। ਜਦੋਂ ਇਹ ਤਮਾਸ਼ਾ ਖਤਮ ਹੋ ਜਾਏਗਾ, ਸਭ ਕੁਝ ਬਿਨਸ ਜਾਏਗਾ, ਅਕਾਲ ਪੁਰਖ ਵਾਹਿਗੁਰੂ ਉਦੋਂ ਵੀ ਹੋਵੇਗਾ। ਇਹ ਆਪਾਂ ਦਰਸ਼ਨ ਕੀਤੇ ਸਨ। ਆਓ ਪਹਿਲੀ ਪੌੜੀ ਦਾ ਪਾਠ ਅਸੀਂ ਬੀਬਾ ਜੀ ਪਾਸੋਂ ਸਰਵਣ ਕਰੀਏ ਜੀ। ਉਸੇ ਤਰ੍ਹਾਂ ਪਹਿਲਾਂ ਇਹ ਇੱਕ ਪੰਕਤੀ ਦਾ ਉਚਾਰਨ ਕਰਨਗੇ, ਆਪ ਜੀ ਨੇ ਉਸੇ ਪੰਕਤੀ ਦਾ ਉਚਾਰਨ ਕਰਨਾ ਹੈ ਜੀ। ਸੋਚੈ ਸੋਚ ਨ ਹੋਵਈ, ਜੇ ਸੋਚੀ ਲਖ ਵਾਰ। ਸੋਚੈ ਸੋਚ ਨ ਹੋਵਈ, ਜੇ ਸੋਚੀ ਲਖ ਵਾਰ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨ ਉਤਰੀ, ਜੇ ਬਨਹਾ ਪੁਰੀਆਂ ਪਾਰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨ੍ਹਾਂ ਪੁਰੀਆਂ ਭਾਰ। ਸਹਸ ਸਿਆਣਪਾਂ ਲਖ ਹੋਏ, ਤਾਂ ਇੱਕ ਨ ਚੱਲੈ ਨਾਲ। ਸਹਸ ਸਿਆਣਪਾਂ ਲੱਖੋਂ, ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰੂ ਪਿਆਰ ਵਾਲਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੀ ਮਨੁੱਖਤਾ ਉੱਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਮੰਨ ਲਓ ਇੱਕ ਬਹੁਤ ਵੱਡੀ ਸਮੱਸਿਆ ਨੂੰ ਹੱਲ ਕਰ ਦਿੱਤਾ ਹੈ। ਲੋਕ ਆਪੋ ਆਪਣੇ ਢੰਗ ਦੇ ਨਾਲ ਇਸ ਸਮੱਸਿਆ ਨੂੰ ਹੱਲ ਕਰ ਰਹੇ ਸੀ। ਕੋਈ ਕਿਸੇ ਢੰਗ ਨਾਲ ਹੱਲ ਕਰਨ ਦਾ ਯਤਨ ਕਰ ਰਿਹਾ ਸੀ, ਕੋਈ ਕਿਸੇ ਢੰਗ ਨਾਲ ਹੱਲ ਕਰਨ ਦਾ ਯਤਨ ਕਰ ਰਿਹਾ ਸੀ। ਕਿਸੇ ਨੇ ਕੋਈ ਸਾਧਨ ਅਪਣਾ ਲਿਆ, ਕਿਸੇ ਨੇ ਕੋਈ ਸਾਧਨ ਅਪਣਾ ਲਿਆ, ਪਰ ਸਮੱਸਿਆ ਉੱਥੇ ਦੀ ਉੱਥੇ ਹੀ ਖਲੋਤੀ ਹੋਈ ਸੀ। ਇਹ ਗੱਲ ਤੇ ਪੱਕੀ ਹੈ ਨਾ, ਪਾਤਸ਼ਾਹ ਦੀ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਵੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਇਹ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਹੈ ਉਹ ਕਿਵੇਂ ਉਤਰੇ, ਉਹਦਾ ਜਿਹੜਾ ਹੈ ਉਸ ਤੋਂ ਨਿਜਾਤ ਕਿਵੇਂ ਪਾਈ ਜਾ ਸਕਦੀ ਹੈ। ਰੱਬੀ ਬਾਣੀ ਦੇ ਵਿੱਚ ਜਦੋਂ ਅਸੀਂ ਦਰਸ਼ਨ ਕਰਦੇ ਹਾਂ, ਬਹੁਤ ਸਾਰੀਆਂ ਪੰਕਤੀਆਂ ਜਿਹੜੀਆਂ ਨੇ ਉਹ ਸਵਾਲੀਆ ਪੰਕਤੀਆਂ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਕਿ ਸਵਾਲ ਵੀ ਮੇਰੇ ਮਾਲਕ ਨੇ ਆਪ ਹੀ ਜਿਹੜਾ ਹੈ ਪੈਦਾ ਕੀਤੇ ਨੇ, ਅਤੇ ਉਹਨਾਂ ਦੇ ਜਵਾਬ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਆਪੇ ਹੀ ਦਿੱਤੇ ਹੈਗੇ।
ਪਹਿਲੀ ਪੌੜੀ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਜੋ ਸਵਾਲ ਕਰ ਰਹੇ ਨੇ ਉਹ ਬੜਾ ਪਿਆਰਾ ਸਵਾਲ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਚਿਆਰ ਕਿਵੇਂ ਹੋ ਸਕਦੇ ਆ, ਸਚਿਆਰ ਕਿਵੇਂ ਬਣ ਸਕਦੇ ਆ? ਇਹ ਜੋ ਕੂੜ ਦੀ ਪਾਲ ਹੈ ਇਹ ਕਿਵੇਂ ਟੁੱਟੇਗੀ? ਇਹ ਜੋ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਹੈ ਇਹ ਕਿਵੇਂ ਦੂਰ ਹੋਵੇ? ਮਨੁੱਖ ਨੇ ਆਪਣੇ ਅੰਦਰ ਜਿਹੜਾ ਹੈ ਕੂੜ ਦੀ ਪਾਲ ਉਹ ਬਣਾਈ ਹੋਈ ਹੈ ਤੇ ਲਗਾਤਾਰ ਜਿਹੜਾ ਹੈ ਇਹ ਵਿੱਥ ਰੱਬ ਨਾਲੋਂ ਵੱਧਦੀ ਹੀ ਜਾ ਰਹੀ ਹੈ, ਘਟਣ ਦਾ ਨਾਂ ਨਹੀਂ ਲੈ ਰਹੀ। ਕਹਿੰਦੇ ਨੇ ਕਿ ਇਸ ਦੇ ਹੱਲ ਵਾਸਤੇ ਬਹੁਤ ਸਾਰੇ ਜਿਹੜੇ ਕਿ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਧਰਮ ਦੇ ਆਗੂ ਸਨ, ਉਹਨਾਂ ਨੇ ਰਸਤੇ ਦੱਸਣੇ ਸ਼ੁਰੂ ਕੀਤੇ। ਕਿਸੇ ਨੇ ਆਖਿਆ ਕਿ ਭਾਈ ਐਵੇਂ ਕਰੋ, ਤੁਸੀਂ ਜਿਹੜਾ ਇਸ਼ਨਾਨ ਕਰੋ ਤੀਰਥਾਂ ਤੇ ਤੁਹਾਡੀ ਜਿਹੜੀ ਮੈਲ ਹੈ ਉਹ ਉਤਰ ਜਾਏਗੀ, ਤੁਸੀਂ ਸਚਿਆਰ ਹੋ ਜਾਓਗੇ। ਬਹੁਤ ਸਾਰੇ ਉਹਨਾਂ ਦਾ ਆਖਾਂ ਮੰਨ ਕੇ ਇਸ ਰਾਹ ਤੇ ਤੁਰ ਪਏ ਤੇ ਉਹਨਾਂ ਨੇ ਇਸ ਸਾਧਨ ਨੂੰ ਅਪਣਾਇਆ। ਪਰ ਕਈਆਂ ਦੀ ਤੇ ਕਹਿ ਲਈਏ ਵੀ ਸਾਰੀ ਜ਼ਿੰਦਗੀ ਹੀ ਨਿਕਲ ਗਈ, ਉਹਨਾਂ ਨੇ ਤੀਰਥਾਂ ਤੇ ਇਸ਼ਨਾਨ ਹੀ ਨਹੀਂ ਕੀਤਾ। ਬੜੀਆਂ ਸਾਧਨਾਵਾਂ ਵੀ ਉੱਥੇ ਸਾਧ ਕੇ ਵੇਖੀਆਂ ਔਰ ਕਈਆਂ ਨੇ ਆਪਣੇ ਜਿਹੜਾ ਹੈ ਰਹਿਣ ਦੇ ਟਿਕਾਣੇ ਹੀ ਤੀਰਥਾਂ ਦੇ ਕਿਨਾਰਿਆਂ ਤੇ ਬਣਾ ਲਏ, ਪਰ ਜਿਹੜੀ ਮਨ ਦੀ ਮੈਲ ਸੀ ਉਹ ਨਹੀਂ ਉਤਰੀ, ਸਚਿਆਰ ਵਾਲੇ ਪਾਸੇ ਨਹੀਂ ਵਧੇ ਹਨ। ਫਿਰ ਕਿਸੇ ਨੇ ਆਖਿਆ ਕਿ ਜੇ ਇੰਜ ਨਹੀਂ ਤੇ ਦੂਜਾ ਸਾਧਨ ਅਪਣਾ ਲਓ। ਫਿਰ ਕੀ ਕਰੀਏ? ਕਹਿਣ ਲੱਗੇ ਜੀ ਮੌਨੀ ਹੋ ਜਾਓ, ਕਿਸੇ ਨਾਲ ਗੱਲਬਾਤ ਹੀ ਨਾ ਕਰੋ, ਵਿਚਾਰ ਵਟਾਂਦਰਾ ਹੀ ਨਾ ਕਰੋ। ਤੇ ਇਹ ਵੀ ਬਹੁਤ ਸਾਰੇ ਲੋਕਾਂ ਨੇ ਅਪਣਾਇਆ, ਪਰ ਮਨ ਕੀ ਚੁੱਪ ਰਹਿੰਦਾ ਹੈ? ਕੇਵਲ ਬੁੱਲਾਂ ਦਾ ਨਾਂ ਹਿਲਣਾ, ਜ਼ੁਬਾਨ ਦਾ ਨਾਂ ਚੱਲਣਾ, ਕੀ ਮਨ ਚੁੱਪ ਹੁੰਦਾ ਹੈ? ਬਹੁਤ ਸਾਰੇ ਸਾਧੂ ਤੁਹਾਨੂੰ ਅਜਿਹੇ ਵੀ ਲੱਭਣਗੇ ਜਿਨ੍ਹਾਂ ਦੇ ਚੇਲੇ ਇਹ ਢੰਡੋਰਾ ਪਿੱਟਦੇ ਨੇ ਵੀ ਸਾਡੇ ਤਾਂ ਬਾਬਾ ਜੀ ਮੌਨੀ ਬਾਬਾ ਜੀ ਨੇ, ਇਹ ਕੁਝ ਨਹੀਂ ਬੋਲਦੇ, ਪਰ ਨਾਲ ਹੀ ਕਹਿਣਗੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਹਾਂਜੀ, ਅਸੀਂ ਤਾਂ ਇੰਨੀ ਦੂਰੋਂ ਚੱਲ ਕੇ ਆਏ ਹਾਂ, ਮੰਜ਼ਿਲ ਤੈਅ ਕਰਕੇ ਆਏ ਹਾਂ, ਪੈਸੇ ਖਰਚ ਕਰਕੇ ਆਏ ਹਾਂ, ਟਿਕਟ ਕਰਾਈ ਹੈ, ਬਾਬਾ ਜੀ ਕੋਲ ਆ ਕੇ ਪਤਾ ਲੱਗਿਆ ਬਾਬਾ ਜੀ ਬੋਲਦੇ ਹੀ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਹਾਡੀ ਸਮੱਸਿਆ ਦਾ ਅਸੀਂ ਹੱਲ ਕਰ ਦਿੰਦੇ ਹਾਂ। ਬਾਬਾ ਜੀ ਉਂਝ ਮੌਨੀ ਨੇ, ਉਂਝ ਨਹੀਂ ਬੋਲਦੇ, ਪਰ ਸਾਡੇ ਕੋਲ ਇੱਕ ਢੰਗ ਹੈ, ਇੱਕ ਤਰੀਕਾ ਹੈ। ਜੇ ਤੁਸੀਂ ਜਿਹੜਾ ਹੈ ਉਹ ਆਪਣੇ ਵਿਚਾਰ ਬਾਬਾ ਜੀ ਨੂੰ ਲਿਖ ਕੇ ਦੇ ਦਿਓ ਤੇ ਬਾਬਾ ਜੀ ਵੀ ਇੱਕ ਪੇਪਰ ਉੱਤੇ ਤੁਹਾਨੂੰ ਆਪਣੇ ਵਿਚਾਰ ਲਿਖ ਕੇ ਦੇ ਦੇਣਗੇ। ਇਸ ਤਰ੍ਹਾਂ ਕਿੰਨੇ ਹੀ ਤੁਸੀਂ ਮੌਨੀ ਸਾਧੂਆਂ ਨੂੰ ਵੇਖੋਗੇ ਜਿਹੜੇ ਆਪਣੇ ਬੋਲਾਂ ਨੂੰ, ਆਪਣੀ ਭਾਵਨਾ ਨੂੰ ਆਦਾਨ ਪ੍ਰਦਾਨ ਕਰ ਰਹੇ ਨੇ। ਚੁੱਪ ਨਹੀਂ, ਉਹ ਬੋਲ ਰਹੇ ਨੇ ਅੰਦਰੋਂ। ਮਨ ਦੀ ਜਿਹੜੀ ਬਲਬਲੇ ਨੇ ਉਹ ਇੱਕ ਦੂਜੇ ਨੂੰ ਲਿਖ ਕੇ ਦੱਸ ਰਹੇ ਨੇ। ਤੇ ਤੀਜੇ ਸਾਧਨਾ ਵਾਲਿਆਂ ਨੇ ਕਿਹਾ ਵੀ ਜੇ ਤੁਸੀਂ ਸਚਿਆਰ ਹੋਣਾ ਚਾਹੁੰਦੇ ਹੋ ਨਾ, ਪਹਿਲਾਂ ਇੱਕ ਕੰਮ ਕਰੋ, ਇਸ ਭੁੱਖੇ ਮਨ ਨੂੰ ਰਜ਼ਾ ਦਿਓ। ਇਹ ਹਰ ਵਕਤ ਪਦਾਰਥਾਂ ਦਾ ਰੌਲਾ ਪਾਉਂਦਾ ਹੈ, ਹਰ ਵਕਤ ਜਿਹੜਾ ਇਹ ਰੌਲਾ ਪਾਉਂਦਾ ਹੈ, ਹਾਏ ਮਾਇਆ, ਹਾਏ ਪਦਾਰਥ, ਹਾਏ ਦੌਲਤ। ਐਵੇਂ ਕਰੋ, ਇਹਨੂੰ ਰਜ਼ਾ ਦਿਓ। ਇਹ ਰੱਜੇਗਾ ਕਿਵੇਂ? ਇੱਕ ਛੋਟੀ ਜੀ ਗਾਥਾ ਮੈਂ ਕਹਿ ਦਿਆਂ। ਕਹਿੰਦੇ ਨੇ ਕਿ ਇੱਕ ਰਾਜਾ ਦਾਨ ਕਰਦਾ ਸੀ, ਨਿਤਾਂ ਪ੍ਰਤੀ ਉਹਨੇ ਦਾਨ ਕਰਨਾ, ਹਜ਼ਾਰਾਂ ਰੁਪਏ ਦੇ ਪਦਾਰਥ, ਲੱਖਾਂ ਰੁਪਏ ਦੇ ਪਦਾਰਥ ਉਹਨੇ ਦਾਨ ਕਰੀ ਜਾਣੇ। ਸਵੇਰ ਤੋਂ ਸ਼ਾਮ ਤੱਕ ਬੜਾ ਦਾਨ ਕਰਦਾ ਸੀ, ਬੜਾ ਕੁਝ ਦਾਨ ਕਰਦਾ ਸੀ। ਪਰ ਇੱਕ ਗੱਲ ਸੀ, ਉਸ ਰਾਜੇ ਦੇ ਨੇੜੇ ਹੀ ਇੱਕ ਸਾਧੂ ਰਹਿੰਦਾ ਸੀ, ਇੱਕ ਮਹਾਤਮਾ ਰਹਿੰਦਾ ਸੀ। ਉਹ ਕਦੇ ਰਾਜੇ ਕੋਲ ਦਾਨ ਲੈਣ ਨਹੀਂ ਸੀ ਗਿਆ, ਉਹ ਰਾਜੇ ਕੋਲ ਕਦੇ ਭਿੱਖਿਆ ਲੈਣ ਨਹੀਂ ਸੀ ਗਿਆ, ਉਹਨੇ ਰਾਜੇ ਕੋਲੋਂ ਕਦੇ ਖੈਰਾਤ ਵਿੱਚ ਕੁਝ ਮੰਗਿਆ ਨਹੀਂ ਸੀ। ਪਰ ਅੱਜ ਹੈਰਾਨੀ ਹੋਈ, ਉਹ ਸਾਧੂ, ਉਹ ਬਾਬਾ ਜਿਹੜਾ ਹੈ ਉਹ ਰਾਜੇ ਦੇ ਦਰਬਾਰ ਵਿੱਚ ਅੱਜ ਸਵੇਰੇ ਪੁੱਜ ਗਿਆ। ਰਾਜੇ ਨੇ ਵਿਸ਼ੇਸ਼ ਗੱਲਬਾਤ ਕੀਤੀ, ਪੁੱਛਿਆ ਵੀ ਤੁਸੀਂ ਤੇ ਆਉਂਦੇ ਹੀ ਨਹੀਂ ਸੀ, ਅੱਜ ਕੀ ਮੇਰੀ ਲੋੜ ਪੈ ਗਈ ਤੁਹਾਨੂੰ, ਦੱਸੋ ਕੀ ਚਾਹੀਦਾ ਹੈ?
ਜੋ ਤੁਹਾਨੂੰ ਚਾਹੀਦਾ ਹੈ ਮੈਂ ਦੇਵਾਂਗਾ। ਕਹਿੰਦੇ ਨੇ ਉਸ ਸਾਧੂ ਨੇ ਕਿਹਾ, ਰਾਜਨ ਮੈਂ ਆਉਣਾ ਤੇ ਨਹੀਂ ਸੀ ਮੰਗਣ, ਪਰ ਅੱਜ ਖਾਸ ਲੋੜ ਪੈ ਗਈ ਹੈ, ਇਸ ਕਰਕੇ ਮੈਂ ਮਜਬੂਰ ਹੋਇਆ ਵੀ ਚਲੋ ਤੁਹਾਡੇ ਦਰਸ਼ਨ ਹੀ ਕਰ ਆਵਾਂ, ਤੁਹਾਡੇ ਨਾਲ 2-4 ਗੱਲਾਂ ਬਾਤਾਂ ਹੋ ਜਾਣਗੀਆਂ। ਰਾਜਾ ਕਹਿੰਦਾ ਮੇਰੇ ਵਾਸਤੇ ਸੇਵਾ ਦੱਸੋ, ਮੈਂ ਕੀ ਕਰ ਸਕਦਾ, ਤੁਹਾਡੀ ਖਿਦਮਤ ਵਿੱਚ ਮੈਂ ਕੀ ਪੇਸ਼ ਕਰ ਸਕਦਾ। ਸਾਧੂ ਕਹਿੰਦਾ ਮੈਂ ਸੁਣਿਆ ਕਿ ਤੁਸੀਂ ਰਜ਼ਮਾ ਦਾਨ ਦਿੰਦੇ ਹੋ। ਕਹਿਣ ਲੱਗੇ ਹਾਂ ਬਿਲਕੁਲ ਰਜ਼ਮਾ ਦਾਨ ਦਿੰਦਾ। ਕਹਿੰਦੇ ਫਿਰ ਮੈਨੂੰ ਵੀ ਦਿਓਗੇ? ਕਹਿਣ ਲੱਗੇ ਬਿਲਕੁਲ ਦਿਆਂਗਾ, ਮੈਂ ਤਾਂ ਸਗੋਂ ਕਿੰਨਿਆਂ ਤੋਂ ਖਬਰਾਂ ਭੇਜ ਚੁੱਕੇ ਹਾਂ ਬਈ ਉਹ ਜਿਹੜੇ ਸਾਧੂ ਜੀ ਰਹਿੰਦੇ ਨੇ ਆਪਣੇ ਇਲਾਕੇ 'ਚ, ਉਹ ਕਦੇ ਦਾਨ ਲੈਣ ਨਹੀਂ ਆਏ, ਉਹਨਾਂ ਨੂੰ ਵੀ ਆਖੋ ਵੀ ਰਾਜਾ ਇੰਨਾ ਦਾਨ ਦਿੰਦਾ, ਉਹ ਵੀ ਆ ਜਾਣ। ਕਹਿੰਦੇ ਅੱਜ ਤੁਸੀਂ ਆਪੇ ਹੀ ਚੱਲ ਕੇ ਆ ਗਏ ਹੋ, ਮੇਰੇ ਵਾਸਤੇ ਦੱਸੋ ਕੀ ਹੁਕਮ ਹੈ। ਕਹਿਣ ਲੱਗੇ ਰਾਜਨ ਮੈਂ ਦਾਨ ਲੈਣਾ, ਪਰ ਖਾਸ ਬੰਦਿਆਂ ਤੋਂ ਲੈਣਾ, ਖਾਸ ਵਿਧੀ ਨਾਲ ਲੈਣਾ ਹੈ। ਕਹਿੰਦੇ ਉਹ ਕਿਹੜੀ ਵਿਧੀ ਹੈ, ਮੈਨੂੰ ਵੀ ਦੱਸੋ, ਸ਼ਾਇਦ ਹੋ ਸਕਦਾ ਹੈ ਮੈਂ ਤੁਹਾਡੀਆਂ ਸ਼ਰਤਾਂ ਪੂਰੀਆਂ ਕਰ ਦੇਵਾਂ, ਤੁਹਾਡੀਆਂ ਸ਼ਰਤਾਂ ਪੂਰੀਆਂ ਕਰਕੇ ਮੈਂ ਦਾਨ ਦੇ ਦੇਵਾਂ। ਉਹ ਕਹਿੰਦੇ ਜੀ ਇੱਕੋ ਹੀ ਸ਼ਰਤ ਹੈ ਕਿ ਮੇਰੇ ਕੋਲ ਜਿਹੜਾ ਖੱਪਰ ਹੈ ਉਹ ਭਰਨਾ ਪਏਗਾ ਤੁਹਾਨੂੰ, ਤੇ ਜਦੋਂ ਤੱਕ ਉਹ ਮੇਰਾ ਠੂਠਾ ਉਹ ਖੱਪਰ ਭਰੇ ਨਾ, ਉਦੋਂ ਤੱਕ ਤੁਸੀਂ ਉਹਦੇ ਵਿੱਚ ਦਾਨ ਪਾਉਣਾ ਬੰਦ ਨਹੀਂ ਕਰਨਾ। ਰਾਜਾ ਕਹਿੰਦਾ ਇਹ ਤੇ ਕੋਈ ਮੁਸ਼ਕਿਲ ਵਾਲੀ ਗੱਲ ਹੀ ਨਹੀਂ ਹੈ। ਖਜ਼ਾਨਚੀ ਨੂੰ ਕਹਿੰਦਾ ਖੋਲੋ ਖਜ਼ਾਨੇ ਦਾ ਮੂੰਹ, ਤੇ ਬਾਬਾ ਜੀ ਦਾ ਜਿਹੜਾ ਖੱਪਰ ਹੈ, ਇਹਨਾਂ ਸਾਧੂ ਜੀ ਦਾ ਜਿਹੜਾ ਖੱਪਰ ਹੈ ਨਾ, ਉਸ ਨੂੰ ਭਰ ਦਿਓ, ਉਸ ਨੂੰ ਭਰ ਦਿਓ। ਖਜ਼ਾਨਚੀ ਕਹਿੰਦਾ ਬਾਬਾ ਜੀ ਦੇ ਹੱਥ ਵਿੱਚ ਕੋਈ ਖੱਪਰ, ਕੋਈ ਭਾਂਡਾ, ਕੋਈ ਨਜ਼ਰ ਤੇ ਆ ਨਹੀਂ ਰਿਹਾ। ਇਹਨਾਂ ਨੇ ਆਪਣੇ ਤਨ ਉੱਤੇ, ਆਮ ਬੰਦੇ ਜਿਹੜਾ ਹੈ ਉਹ ਸਾਧੂ ਝੋਲੀ ਪਾ ਕੇ ਰੱਖਦੇ ਨੇ, ਕੋਈ ਝੋਲੀ ਵੀ ਨਜ਼ਰ ਨਹੀਂ ਆ ਰਹੀ ਇਹਨਾਂ ਦੇ ਤਨ ਉੱਤੇ। ਮੈਂ ਕੀ ਭਰਾਂ, ਖੱਪਰ ਕਿਹੜਾ ਹੈ? ਬਾਬਾ ਜੀ ਤੁਸੀਂ ਕਿਰਪਾਲਤਾ ਕਰੋਗੇ, ਆਪਣਾ ਇਹ ਖੱਪਰ ਵਿਖਾਉਣ ਦਾ ਯਤਨ ਕਰੋਗੇ? ਬਾਬਾ ਜੀ ਕਹਿਣ ਲੱਗੇ ਕਿ ਰਾਜਾ ਜੀ ਮੈਂ ਆਪ ਜੀ ਨੂੰ ਆਖਿਆ ਤੁਸੀਂ ਮੇਰੀ ਸ਼ਰਤ ਮੰਨੋਗੇ? ਕਹਿਣ ਲੱਗੇ ਹਾਂ ਮੈਂ ਤੁਹਾਡੀ ਸ਼ਰਤ ਮੰਨਾਂਗਾ, ਮੈਨੂੰ ਖੱਪਰ ਵਿਖਾਓ, ਤੁਹਾਡਾ ਭਾਂਡਾ ਕਿੰਨਾ ਕੁ ਵੱਡਾ, 1-2 ਨਹੀਂ ਕਈ ਖੱਪਰ ਭਰਨ ਦੀ ਮੈਂ ਸਮਰੱਥਾ ਰੱਖਦਾ। ਤੇ ਉਸ ਸਾਧੂ ਨੇ ਕਿਹਾ ਖੱਪਰ ਏ ਮੇਰਾ ਇਹ ਮਨ, ਤੇ ਇਸ ਨੂੰ ਤੁਸੀਂ ਭਰਨ ਦਾ ਯਤਨ ਕਰ ਦਿਓ। ਕਦੇ ਮਨ ਕਿਸੇ ਦਾ ਪਦਾਰਥਾਂ ਦੇ ਨਾਲ, ਦੌਲਤ ਨਾਲ ਰੱਜਿਆ? ਕਦੇ ਨਹੀਂ ਰੱਜਿਆ। ਯਾਦ ਰੱਖਣਾ ਜਿਹੜੀ ਅੱਗ ਹੈ ਨਾ ਉਹ ਬਾਲਣ ਨਾਲ ਕਦੇ ਰੱਜੀ ਹੈ? ਕਦੇ ਨਹੀਂ ਰੱਜੀ। ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਜਿੰਨਾ ਮਰਜੀ ਬਾਲਣ ਪਾਈ ਜਾਓ ਤੁਸੀਂ ਪਾਵਕ ਵਿੱਚ, ਅੱਗ ਵਿੱਚ, ਉਹ ਕਦੇ ਨਹੀਂ ਰੱਜਦੀ। ਇਹ ਮਨ ਵੀ ਜਿਹੜਾ ਹੈ ਨਾ, ਇਹ ਮਨ ਵੀ ਇਸੇ ਤਰ੍ਹਾਂ ਦਾ ਹੈ, ਇਹ ਵੀ ਕਦੇ ਨਹੀਂ ਰੱਜਦਾ। ਇਹ ਵੀ ਸੈਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬਹੁਤ ਸਾਰੇ ਬਾਮ ਮਾਰਗੀ ਇਤਿਆਦਿਕ ਕਈਆਂ ਨੇ ਇਹ ਯਤਨ ਕੀਤਾ ਵੀ ਇਹਨੂੰ ਪਦਾਰਥ ਦੇ ਦਿਓ, ਇਹਨੂੰ ਰਜ਼ਮੇ ਪਦਾਰਥ ਦੇ ਦਿਓ, ਇਹ ਰੱਜ ਜਾਏਗਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਇਹ ਪਦਾਰਥਾਂ ਦੇ ਦਿੱਤਿਆਂ ਵੀ ਨਹੀਂ ਰਚੇਗਾ। ਫਿਰ ਮਨੁੱਖ ਨੇ ਜਦੋਂ ਇੱਕ ਸਾਧਨ ਅਪਣਾਇਆ, ਦੂਜਾ ਅਪਣਾਇਆ, ਤੀਜਾ ਅਪਣਾਇਆ, ਕੋਈ ਪੇਸ਼ ਨਹੀਂ ਜਾ ਰਹੀ, ਫਿਰ ਮਨੁੱਖ ਕਿੱਥੇ ਆਉਂਦਾ? ਫਿਰ ਮਨੁੱਖ ਚਲਾਕੀਆਂ ਤੇ ਉਤਰ ਆਉਂਦਾ ਹੈ, ਫਿਰ ਮਨੁੱਖ ਚਤਰਾਈਆਂ ਤੇ ਉਤਰ ਆਉਂਦਾ ਹੈ। ਸ਼ਾਇਦ ਮੈਂ ਆਪਣੀ ਬੁੱਧ ਦੀ ਸਿਆਣਪ ਖੇਡ ਜਾਵਾਂ, ਸ਼ਾਇਦ ਕੋਈ ਚਲਾਕੀ ਖੇਡ ਜਾਵਾਂ, ਤਾਂ ਜਿਹੜਾ ਹੈ ਮੈਂ ਸਚਿਆਰ ਵਾਲੇ ਪਾਸੇ ਹੋ ਸਕਦਾ ਹਾਂ। ਘੱਟੋ ਘੱਟ ਲੋਕਾਂ ਦੀ ਨਿਗਾਹ ਵਿੱਚ ਤਾਂ ਹੋ ਜਾਗਾ ਨਾ। ਪਰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਲਿਆ ਚੇਤੇ ਰੱਖ, ਉਸ ਮਾਲਕ ਦੀ ਨਿਗਾਹ ਵਿੱਚ ਤੂੰ ਕਦੇ ਸਚਿਆਰ ਨਹੀਂ ਹੋ ਸਕਦਾ। ਉਸ ਮਾਲਕ ਦੀ ਨਿਗਾਹ ਵਿੱਚ ਕਦੇ ਸਚਿਆਰ ਨਹੀਂ ਹੋ ਸਕਦਾ। 1-2 ਨਹੀਂ, ਤੇਰੇ ਕੋਲ ਕਿੰਨੀਆਂ ਕੁ ਚਲਾਕੀਆਂ ਹੋਣਗੀਆਂ, ਕਿੰਨੀਆਂ ਕੁ ਸਿਆਣਪਾਂ ਹੋਣਗੀਆਂ ਤੇਰੇ ਕੋਲ। ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜੇ ਤੇਰੇ ਕੋਲ ਹਜ਼ਾਰਾਂ ਸਿਆਣਪਾਂ ਵੀ ਹੋਣ ਤਾਂ ਵੀ ਤੇਰੀ ਉਸ ਰੱਬੀ ਦਰਬਾਰ ਦੇ ਵਿੱਚ ਇੱਕ ਵੀ ਜਿਹੜੀ ਸਿਆਣਪ ਹੈ ਉਹ ਨਹੀਂ ਚੱਲਣੀ ਹੈ। ਗੁਰਦੇਵ ਫਿਰ ਸਵਾਲ ਤਾਂ ਉੱਥੇ ਦਾ ਉੱਥੇ ਹੀ ਖਲੋਤਾ ਹੋਇਆ।
ਇੰਨੇ ਕੁਝ ਉਪਰਾਲੇ ਕੀਤੇ, ਇੰਨੇ ਯਤਨ ਕੀਤੇ, ਸਾਰੇ ਆਪਣਾ ਜ਼ੋਰ ਲਾ ਬੈਠੇ। ਪਤਾ ਨਹੀਂ ਕਿਸ ਧਰਮ ਨੇ ਕਿਹੜੀਆਂ ਗੱਲਾਂ ਕੀਤੀਆਂ, ਕਿਵੇਂ ਜੁਗਤੀਆਂ ਦਸੀਆਂ, ਕਿਵੇਂ ਢੰਗ ਦੱਸੇ, ਬੜੇ ਬੜੇ ਸਾਧਨ ਪਣਾਏ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ, ਆਪੇ ਕਿਰਪਾ ਕਰੋ, ਤੁਸੀਂ ਰਹਿਮਤ ਕਰੋ। ਸਾਡੀ ਤੁੱਛ ਬੁੱਧੀ ਹੈ, ਸਾਨੂੰ ਦੱਸੋ, ਕਿਰਪਾ ਕਰੋ ਦਾਤਾਰ, ਇਹ ਸਚਿਆਰ ਹੋਣ ਦਾ ਗੁਣ ਕਿਵੇਂ ਆਵੇ, ਇਹ ਕੂੜ ਦੀ ਪਾਲ ਸਾਡੇ ਅੰਦਰੋਂ ਕਿਵੇਂ ਟੁੱਟ ਜਾਏ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੇਰੇ ਸਤਿਗੁਰੂ ਮਹਾਰਾਜ ਨੇ ਬੜੀ ਪਿਆਰੀ ਤੇ ਬੜੀ ਕੀਮਤੀ ਸਿੱਖਿਆ ਦੇ ਦਿੱਤੀ ਹੈ। ਜਾਂ ਮੈਂ ਇਉਂ ਕਹਿ ਲਵਾਂ ਇੱਕ ਲਫ਼ਜ਼ ਕਿ ਕੁੱਜੇ ਵਿੱਚ ਸਮੁੰਦਰ ਪਰੋ ਦਿੱਤਾ ਹੈ। ਗੁਰਦੇਵ ਪਾਤਸ਼ਾਹ ਨੇ ਕਿਹਾ, ਜਿਸ ਦਿਨ ਉਸ ਰਜ਼ਾ ਵਾਲੇ ਦੇ ਹੁਕਮ ਵਿੱਚ ਤੁਰਨਾ ਆ ਗਿਆ ਨਾ, ਉਸ ਦਿਨ ਸਮਝ ਲਓ ਤੁਸੀਂ ਸਚਿਆਰ ਹੋ ਜਾਓਗੇ। ਮੈਨੂੰ ਇੱਕ ਗੱਲ ਚੇਤੇ ਆ ਰਹੀ ਹੈ, ਇੱਕ ਸੈਮੀਨਾਰ ਹੋਇਆ ਪਿੰਗਲਵਾੜੇ ਦੇ ਵਿੱਚ, ਤੇ ਪਿੰਗਲਵਾੜੇ ਦੇ ਸੈਮੀਨਾਰ ਦੇ ਵਿੱਚ ਡਾਕਟਰ ਇੰਦਰਜੀਤ ਕੌਰ ਜੀ ਦੇ ਸਾਹਮਣੇ ਉਸ ਵੇਲੇ ਬਹੁਤ ਸਾਰੇ ਅਧਿਆਪਕ ਬੈਠੇ ਹੋਏ ਸਨ, ਪੰਥ ਦਰਦੀ ਵੀਰ ਬੈਠੇ ਹੋਏ ਸਨ, ਕਈ ਸਕੂਲਾਂ ਕਾਲਜਾਂ ਦੇ ਅਧਿਆਪਕ ਆਏ ਹੋਏ ਸਨ। ਤੇ ਉਹਨਾਂ ਨੇ ਨਾ ਆਪਣੀ ਝੋਲੀ ਅੱਡ ਲਈ। ਡਾਕਟਰ ਇੰਦਰਜੀਤ ਕੌਰ ਜੀ ਨੇ ਆਪਣੀ ਝੋਲੀ ਅੱਡ ਲਈ। ਤੇ ਝੋਲੀ ਅੱਡ ਕੇ ਪਤਾ ਉਹਨਾਂ ਨੇ ਕੀ ਲਫ਼ਜ਼ ਆਖੇ ਸਨ? ਉਹਨਾਂ ਆਖਿਆ ਸੀ ਕਿ ਤੁਹਾਡੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਕਿਤੇ 500 ਬੱਚਾ ਪੜ੍ਹਦਾ ਹੈ, ਕਿਤੇ 1000 ਪੜ੍ਹਦਾ ਹੈ, 1500 ਪੜ੍ਹਦਾ ਹੈ, 2000 ਪੜ੍ਹਦਾ ਹੈ। ਮੌਜੂਦਾ ਟਾਈਮ ਵਿੱਚ ਇੰਨੇ ਹੀ ਤੁਸੀਂ ਪੜ੍ਹਾ ਕੇ ਤੋਰ ਦਿੱਤੇ ਹੋਣਗੇ ਲੋਕਾਂ ਦੀ ਸੇਵਾ ਵਾਸਤੇ, ਖਲਕਤ ਦੀ ਸੇਵਾ ਵਾਸਤੇ, ਦੁਨੀਆ ਦੀ ਸੇਵਾ ਵਾਸਤੇ। ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦੀ ਹਾਂ ਕਿ ਤੁਸੀਂ ਆਪੋ ਆਪਣੇ ਸਕੂਲਾਂ ਵਿੱਚ ਕਿੰਨੇ ਬੱਚੇ ਸਚਿਆਰ ਬਣਾਏ ਨੇ ਹੁਣ ਤੱਕ? ਸਚਿਆਰ ਕਿੰਨੇ ਬਣਾਏ ਨੇ? ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਅੱਗੇ ਝੋਲੀ ਅੱਗੇ ਅੱਡ ਕੇ ਇੱਕ ਬੇਨਤੀ ਕਰਦੀ ਹਾਂ, ਹੁਣ ਤੱਕ ਬੜੇ ਡਾਕਟਰ ਬਣਾਏ, ਬੜੇ ਇੰਜੀਨੀਅਰ ਬਣਾਏ, ਬੜੇ ਵਕੀਲ ਬਣਾਏ, ਤੁਸੀਂ ਹੁਣ ਕਿਰਪਾ ਕਰੋ ਕਿ 5-5 ਸਚਿਆਰ ਮਨੁੱਖ ਵੀ ਬਣਾ ਦਿਓ। 5-5 ਸਚਿਆਰ ਬੱਚੇ ਆਪਣੇ ਸਕੂਲਾਂ ਕਾਲਜਾਂ ਵਿੱਚ ਕੱਢ ਦਿਓ। ਜਿਸ ਦਿਨ ਤੁਸੀਂ ਸਚਿਆਰ ਬਣਾ ਕੇ ਬੱਚੇ ਸਮਾਜ ਦੀ ਸੇਵਾ ਵਿੱਚ ਦਿਓਗੇ ਨਾ, ਉਸ ਦਿਨ ਉਹ ਬੱਚਿਆਂ ਨੂੰ ਅਸਲ ਮਾਇਨੇ ਵਿੱਚ ਇਹ ਅਰਥ ਸਮਝ ਆ ਜਾਣਗੇ ਕਿ ਸਚਿਆਰ ਹੋਣਾ ਕੀ ਹੈ। ਇੱਕ ਸਚਿਆਰ ਹੋਇਆ ਡਾਕਟਰ, ਉਹ ਕਿਸੇ ਨਾਲ ਵਧੀਕੀ ਨਹੀਂ ਕਰੇਗਾ। ਇੱਕ ਸਚਿਆਰ ਹੋਇਆ ਵਕੀਲ, ਉਹ ਕਿਸੇ ਨਾਲ ਧੱਕੇ ਦੇ ਨਾਲ ਤਰੀਕਾਂ ਤੋਂ ਤਰੀਕਾ ਨਹੀਂ ਵਧਾਈ ਜਾਏਗਾ ਆਪਣੇ ਮਕਸਦ ਵਾਸਤੇ, ਪੈਸਾ ਲੈਣ ਵਾਸਤੇ। ਅਸੀਂ ਤੇ ਹਜੇ ਸਚਿਆਰ ਹੋਣ ਦੀ ਮੰਜ਼ਿਲ ਵੱਲ ਤੁਰਨਾ ਹੈ। ਪਾਤਸ਼ਾਹ ਕਹਿੰਦੇ ਐਵੇਂ ਨਹੀਂ ਸਚਿਆਰ ਹੋਇਆ ਜਾ ਸਕਦਾ। ਜਿਵੇਂ ਕਿ ਸਮਾਜ ਦੇ ਲੋਕਾਂ ਨੇ ਜਿਹੜਾ ਹੈ ਵਤੀਰਾ ਅਪਣਾ ਰੱਖਿਆ ਸੀ, ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਪਾਤਸ਼ਾਹ ਕਹਿੰਦੇ ਨੇ ਕਿ ਜੇ ਲੱਖਾਂ ਵਾਰ ਵੀ ਤੀਰਥਾਂ ਦੇ ਇਸ਼ਨਾਨ ਆਦਿਕ ਨਾਲ ਮੈਂ ਪਵਿੱਤਰਤਾ ਰੱਖਣ ਦਾ ਯਤਨ ਕਰਾਂ, ਤਾਂ ਵੀ ਇਹ ਸਰੀਰ ਜਿਹੜਾ ਹੈ ਉਹ ਸੁੱਚਾ ਨਹੀਂ ਰਹਿ ਸਕਦਾ, ਪਵਿੱਤਰ ਨਹੀਂ ਹੋ ਸਕਦਾ ਹੈ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਪਾਤਸ਼ਾਹ ਕਹਿੰਦੇ ਨੇ ਮਨ ਦੀ ਚੁੱਪ ਰਹਿਣ ਨਾਲ ਜਿਹੜਾ ਹੈ, ਕੇਵਲ ਤੋਂ ਕੇਵਲ ਗੱਲਾਂ ਬਾਤਾਂ ਨਾ ਕਰਨ ਨਾਲ, ਜ਼ੇਬਾ ਤੋਂ ਨਾ ਬੋਲਣ ਨਾਲ ਕੀ ਮਨ ਜਿਹੜਾ ਉਹ ਚੁੱਪ ਰਹਿ ਸਕਦਾ ਹੈ? ਪਾਤਸ਼ਾਹ ਕਹਿੰਦੇ ਨੇ ਜੇ ਮੈਂ ਸਰੀਰ ਦੀ ਇੱਕ ਤਾਰ ਵੀ ਸਮਾਧੀ ਲਾਈ ਰੱਖਾਂ, ਤਾਂ ਵੀ ਜਿਹੜਾ ਹੈ ਉਹ ਬਾਹਰੋਂ ਚੁੱਪ ਕਰਨ ਨਾਲ ਮਨ ਜਿਹੜਾ ਉਹ ਸ਼ਾਂਤ ਨਹੀਂ ਹੋ ਸਕਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨ੍ਹਾਂ ਪੁਰੀਆਂ ਭਾਰ। ਭੈਣ ਜੀ ਨੇ ਠੀਕ ਪਾਠ ਕੀਤਾ ਹੈ, ਇਸ ਕਰਕੇ ਆਪ ਜੀ ਨੇ ਸਾਰਿਆਂ ਨੇ ਸੁਣ ਹੀ ਲਿਆ ਹੈਗਾ ਕਿ ਇਹਦਾ ਦਰੁਸਤ ਉਚਾਰਨ ਕੀ ਹੈਗਾ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੇ ਮੈਂ ਸਾਰੇ ਭਵਨਾਂ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਲਵਾਂ, ਤਾਂ ਵੀ ਇਹ ਤ੍ਰਿਸ਼ਨਾ ਦੀ ਜਿਹੜੀ ਭੁੱਖ ਹੈ ਉਹ ਦੂਰ ਨਹੀਂ ਹੁੰਦੀ ਹੈ। ਸਹਿਸ ਸਿਆਣਪਾਂ ਲੱਖ ਹੋਏ,
ਤਾਂ ਇੱਕ ਨ ਚੱਲੈ ਨਾਲ। ਜੇ ਮੇਰੇ ਵਿੱਚ ਹਜ਼ਾਰਾਂ ਚਤੁਰਾਈਆਂ ਲੱਖਾਂ ਸਿਆਣਪਾਂ ਵੀ ਹੋਵਣ ਤਾਂ ਵੀ ਜਿਹੜਾ ਰੱਬੀ ਦਰਗਾਹ ਦੇ ਵਿੱਚ ਇੱਕ ਵੀ ਸਾਥ ਨਹੀਂ ਚੱਲਦੀ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਮੇਰੇ ਮਾਲਕ ਕਹਿੰਦੇ ਨੇ ਤਾਂ ਫਿਰ ਅਕਾਲ ਪੁਰਖ ਦਾ ਪ੍ਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕਦੇ ਹਾਂ, ਸਾਡੇ ਅੰਦਰ ਦਾ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ। ਇਸ ਦਾ ਉੱਤਰ ਹੈ ਕਿ ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨ ਨਾਲ ਇਹ ਕੂੜ ਦੀ ਜਿਹੜੀ ਕੰਧ ਹੈ ਉਹ ਸਾਡੇ ਅੰਦਰੋਂ ਟੁੱਟ ਸਕਦੀ ਹੈ। ਇਹ ਵਿਧੀ ਧੁਰ ਤੋਂ ਹੀ ਜਦੋਂ ਤੋਂ ਜਗਤ ਬਣਿਆ ਜੀਵ ਦੇ ਨਾਲ ਲਿਖੀ ਹੋਈ ਚੱਲੀ ਆ ਰਹੀ ਹੈ। ਇਹਦੇ ਬਾਰੇ ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਚਾਨਣ ਪਾਉਣਗੇ ਜੀ। ਗੱਲ ਇਹ ਨਹੀਂ ਹੈ ਕਿ ਤੁਸੀਂ ਕਿੰਨੇ ਔਖੇ ਮਾਰਗ ਤੇ ਚੱਲ ਰਹੇ ਹੋ। ਗੱਲ ਇਹ ਵੀ ਨਹੀਂ ਹੈ ਤੁਸੀਂ ਕਿੰਨੇ ਮਹਿੰਗੇ ਸਾਧਨਾਂ ਦੇ ਨਾਲ ਚੱਲ ਰਹੇ ਹੋ। ਗੱਲ ਇਹ ਹੈ ਵੀ ਤੁਹਾਡਾ ਰਸਤਾ ਸਹੀ ਹੈਗਾ। ਜੇ ਰਸਤਾ ਸਹੀ ਹੋਏਗਾ ਤਾਂ ਮੰਜ਼ਿਲ ਮਿਲੇਗੀ, ਨਹੀਂ ਤੇ ਨਹੀਂ ਮਿਲੇਗੀ। ਹੁਣ ਸਫਾਈ ਤੇ ਮਨ ਦੀ ਕਰਨੀ ਹੈ। ਕੰਮ ਅਸੀਂ ਸਾਰੇ ਤਨ ਦੇ ਕਰੀ ਜਾ ਰਹੇ ਹਾਂ ਔਰ ਸੋਚਦੇ ਹਾਂ ਵੀ ਤਨ ਤੇ ਕੁਝ ਕਰਨ ਦੇ ਨਾਲ ਮਨ ਉੱਤੇ ਅਸਰ ਹੋ ਜਾਏਗਾ। ਹਜ਼ੂਰ ਕਹਿਣ ਲੱਗੇ ਨਹੀਂ, ਸਭ ਤੋਂ ਪਹਿਲਾਂ ਮੇਰੇ ਮਾਲਕ ਨੇ ਇੱਕ ਕੰਮ ਕੀਤਾ, ਉਹਨੂੰ ਸਮਝ ਸਕੀਏ। ਯਾਦ ਰੱਖਣਾ, ਤੁਰਨ ਦੇ ਨਾਲੋਂ ਕਈ ਵਾਰੀ ਰੁਕਣਾ ਬੜਾ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ। ਜਦੋਂ ਮਨੁੱਖ ਗਲਤ ਰਸਤੇ ਤੇ ਜਾ ਰਿਹਾ ਹੋਵੇ ਨਾ, ਉਹਦਾ ਹਰੇਕ ਕਦਮ ਮੰਜ਼ਿਲ ਤੋਂ ਦੂਰੀ ਵਧਾਉਂਦਾ ਹੈ, ਘਟਾਉਂਦਾ ਨਹੀਂ ਹੈ। ਚੰਗਾ ਰੁਕ ਜਾਏ ਉੱਥੇ, ਘੱਟੋ ਘੱਟ ਦੂਰੀ ਤੇ ਨਹੀਂ ਵਧੇਗੀ। ਔਰ ਰੁਕਣਾ ਇਤਨਾ ਜ਼ਿਆਦਾ ਮਹੱਤਵਪੂਰਨ ਹੈ। ਮੈਂ ਇੱਕ ਸਾਂਝ ਪਾਵਾਂ, ਤੁਹਾਨੂੰ ਲੋੜ ਪੈ ਜਾਏ, ਤੁਸੀਂ ਆਪਣੇ ਮਿੱਤਰ ਗੁਆਂਢੀ ਨੂੰ ਕਹੋ ਵੀ ਤੇਰੀ ਗੱਡੀ ਚਾਹੀਦੀ ਹੈ, ਆ ਮੈਨੂੰ ਉੱਥੇ ਤੱਕ ਛੱਡ ਕੇ ਆ, ਤੇ ਉਹ ਕਵੇ ਓਹੋ ਮੇਰੀ ਗੱਡੀ ਦੀ ਤਾਂ ਸੈਲਫ ਵਿੱਚ ਥੋੜ੍ਹੀ ਪ੍ਰੋਬਲਮ ਹੈ। ਤੁਸੀਂ ਕਹੋਗੇ ਨਹੀਂ ਜ਼ਰੂਰੀ ਹੈ, ਚੱਲ ਕੋਈ ਗੱਲ ਨਹੀਂ, ਤੂੰ 2-4 ਧੱਕੇ ਮਾਰ ਕੇ ਸਟਾਰਟ ਹੁੰਦੀ, ਕੋਈ ਗੱਲ ਨਹੀਂ ਕਰ ਲੈ। ਉਹ ਕਹੇ ਜੀ ਰੇਸ ਵਿੱਚ ਪ੍ਰੋਬਲਮ ਹੈ, ਤੁਸੀਂ ਤਾਂ ਵੀ ਕਹੋਗੇ ਚੱਲ ਕੋਈ ਨਹੀਂ, ਹੌਲੀ ਹੌਲੀ ਆਪਾਂ ਚਲੇ ਜਾਵਾਂਗੇ। ਇਹ ਖੜਕਦੀ ਬਹੁਤ ਹੈ, ਤੁਸੀਂ ਕਹੋਗੇ ਕੋਈ ਗੱਲ ਨਹੀਂ। ਪਰ ਜੇ ਉਹ ਕਹਿ ਦੇਵੇ ਦੀ ਬ੍ਰੇਕ ਖਰਾਬ ਹੈ, ਫਿਰ ਜਾਓਗੇ? ਫਿਰ ਕਹੋਗੇ ਨਾ, ਗੱਡੀ ਭਾਵੇਂ ਬਿਲਕੁਲ ਠੀਕ ਹੋਵੇ ਪਰ ਜੇ ਬ੍ਰੇਕ ਖਰਾਬ ਹੈ ਨਾ, ਰੁਕਣ ਦੀ ਜਾਂਚ ਨਹੀਂ ਹੈ, ਫਿਰ ਤੇ ਬੜਾ ਖਤਰਾ ਹੈ। ਇਸੇ ਤਰ੍ਹਾਂ ਹੀ ਆਪਾਂ ਧਰਮ ਦੇ ਰਸਤੇ ਦੇ ਉੱਤੇ ਕਈਆਂ ਨੇ ਦੌੜਾਂ ਲਗਾਈਆਂ ਹੋਈਆਂ, ਪਰ ਰਸਤਾ ਗਲਤ ਹੈ। ਬ੍ਰੇਕਾਂ ਲਾਉਣੀਆਂ ਬਹੁਤ ਜ਼ਰੂਰੀ ਹੈ। ਇੱਥੇ ਤੇ ਐਕਸੀਡੈਂਟ ਹੋ ਰਹੇ ਆ ਜੇ ਬ੍ਰੇਕ ਨਾ ਲੱਗੀ ਜਾਏ। ਮੇਰੇ ਮਾਲਕ ਨੇ ਸਭ ਤੋਂ ਪਹਿਲਾਂ ਕੰਮ ਕੀਤਾ, ਕਹਿਣਗੇ ਰੁਕੋ, ਠਹਿਰੋ। ਤੀਰਥਾਂ ਤੇ ਜਾ ਰਹੇ ਸਨ, ਹਜ਼ੂਰ ਕਹਿਣ ਲੱਗੇ ਰੁਕੋ, ਠਹਿਰ ਜਾਓ, ਨਾ ਕਰੋ ਇਹ ਕੰਮ। ਮੌਨ ਵਰਤ ਧਾਰਨ ਕੀਤੇ ਜਾਂਦੇ ਸਨ, ਹਜ਼ੂਰ ਕਹਿਣਗੇ ਰੁਕ ਜਾਓ, ਨਾ ਕਰੋ ਇਹ ਕੰਮ। ਰੱਬ ਨਾਲੋਂ ਦੂਰੀ ਵੱਧ ਰਹੀ ਹੈ। ਕੋਈ ਵਾਮ ਮਤ ਦੇ ਅਧੀਨ ਪਦਾਰਥਾਂ ਨੂੰ ਭੋਗਣ ਪਿੱਛੇ ਲੱਗਾ ਹੋਇਆ ਹੈ, ਹਜ਼ੂਰ ਕਹਿਣ ਲੱਗੇ ਰੁਕ ਜਾਓ। ਇਹੋ ਜਿਹੀਆਂ ਹੋਰ ਪਤਾ ਨਹੀਂ ਹਜ਼ਾਰਾਂ ਲੱਖਾਂ ਸਿਆਣਪਾਂ ਲੋਕੀ ਕਰਦੇ। ਮੇਰੇ ਮਾਲਕ ਸਭ ਤੋਂ ਪਹਿਲਾਂ ਕੰਮ ਕੀਤਾ, ਕਹਿਣਗੇ ਬ੍ਰੇਕ ਲਗਾਓ, ਰੁਕੋ, ਠਹਿਰੋ, ਕਿਉਂਕਿ ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਮੰਜ਼ਿਲ ਨਹੀਂ ਮਿਲਣੀ। ਠੀਕ ਹੈ, ਮਨ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਮੈਲ ਉਤਾਰਨੀ ਜ਼ਰੂਰੀ ਹੈ। ਮੈਲ ਕਿਉਂ ਕੀ ਕਰਦੀ ਹੈ ਭਲਾ? ਮੈਲ ਦਾ ਇੱਕੋ ਹੀ ਕੰਮ ਹੈ, ਉਹਨੇ ਮਾਲਕ ਤੋਂ ਦੂਰੀ ਵਧਾਉਣੀ ਹੈ। ਸਾਡੀ ਫੇਵਰਟ ਪੋਸ਼ਾਕ ਹੋਵੇ, ਮਨ ਪਸੰਦ ਦੀ ਪੋਸ਼ਾਕ ਹੋਵੇ, ਅਸੀਂ ਕੱਪੜਿਆਂ ਵਿੱਚ ਲੱਭਦੇ ਹਾਂ ਉਹ ਮੇਰੀ ਉਹ ਵਾਲੀ ਸ਼ਰਟ, ਮੇਰਾ ਉਹ ਵਾਲਾ ਸੂਟ, ਮੈਂ ਜੋ ਪਾਉਣਾ ਹੈ, ਕਿਉਂਕਿ ਪਸੰਦ ਹੈ। 1-2 ਦਿਨਾਂ ਬਾਅਦ ਉਹੀ ਪੋਸ਼ਾਕ ਉਤਾਰ ਕੇ ਬੰਦਾ ਰੱਖ ਦਿੰਦਾ। ਤੇ ਕੋਈ ਵੱਡਾ ਵਡੇਰਾ ਕਹੇ ਹੱਦ ਹੋ ਗਈ, ਤੂੰ ਉਸ ਦਿਨ ਤੇ ਸਾਰਾ ਘਰ ਛਾਣ ਮਾਰਿਆ ਵੀ ਮੇਰੀ ਡਰੈਸ ਕਿੱਥੇ, ਹੁਣ ਤੂੰ ਉਤਾਰੀ ਕਿਉਂ ਹੈ? ਪਾ, ਤੇ ਤੁਸੀਂ ਕੀ ਕਹੋਗੇ? ਇਹ ਹੁਣ ਮੈਲੀ ਹੋ ਗਈ ਹੈ। ਜਿਹਨੂੰ ਤੁਸੀਂ ਸੀਨੇ ਨਾਲ ਲਾ ਕੇ ਰੱਖਦੇ ਸੀ, ਮੈਲ ਲੱਗੀ, ਮਾਲਕ ਤੋਂ ਦੂਰੀ ਹੋ ਗਈ, ਤੁਸੀਂ ਆਪ ਹੀ ਉਤਾਰ ਕੇ ਰੱਖ ਦਿੱਤੀ।
ਉਦੋਂ ਤੱਕ ਨਹੀਂ ਤੁਸੀਂ ਹੁਣ ਉਹ ਪਾਣੀ, ਉਦੋਂ ਤੱਕ ਉਹ ਮੈਲੀ ਪੋਸ਼ਾਕ ਆਪਣੇ ਮਾਲਕ ਦੇ ਗਲੇ ਨਾਲ ਨਹੀਂ ਲੱਗ ਸਕਦੀ ਜਦ ਤੱਕ ਉਹ ਮੈਲ ਨਾ ਲਾਵੇ। ਧੋਣਾ ਪਏਗਾ। ਧੋਤੀ ਗਈ, ਮੈਲ ਉਤਰ ਗਈ, ਮੁੜ ਕੇ ਫਿਰ ਮਾਲਕ ਕਹੇਗਾ ਆਹੀ ਪਾਣੀ ਹੈ, ਆ ਮੇਰੀ ਮਨਪਸੰਦ ਦੀ ਹੈ। ਇਸੇ ਤਰ੍ਹਾਂ ਹੈ ਤੇ ਰਾਮ ਕੀ ਅੰਸ਼ ਹੈ ਨਾ, ਹੈ ਤੇ ਰੱਬ ਨੂੰ ਪਿਆਰੀ ਹੈ, ਪਰ ਮੈਲ ਲੱਗੀ ਹੋਈ ਹੈ। ਮੈਲ ਲਾਉਣ ਵਾਸਤੇ ਕਈ ਵਾਰ ਵੇਖਿਆ ਘਰ 'ਚ ਕੱਪੜੇ ਧੋਤੇ ਹੁੰਦੇ ਨੇ ਤੇ ਕਈ ਕਹਿੰਦੇ ਆ ਕਿਹਨੇ ਕੱਪੜੇ ਧੋਤੇ, ਆਹ ਤਾਂ ਚੰਗੇ ਨਹੀਂ ਸਾਫ਼ ਹੋਏ। ਇਸੇ ਤਰ੍ਹਾਂ ਧਰਮ ਦੇ ਨਾਂ ਉੱਤੇ ਅਸੀਂ ਕਈ ਕਰਮ ਐਸੇ ਕਰਦੇ ਹਾਂ ਜਿਹਨਾਂ ਸਫਾਈ ਹੁੰਦੀ ਹੀ ਨਹੀਂ। ਸਤਿਗੁਰੂ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ। ਇੱਦਾਂ ਗੱਲ ਨਹੀਂ ਬਣਨੀ। ਗੱਲ ਇਹ ਨਹੀਂ ਕਿ ਤੁਸੀਂ ਔਖੇ ਕਿੰਨੇ ਹੋਏ। ਭਲਾ ਮੌਨ ਵਰਤ ਰੱਖਣਾ ਕਿਤੇ ਸੌਖਾ ਕੰਮ ਹੈ? ਜ਼ੁਬਾਨ ਬੰਦ ਰੱਖਣੀ ਕਿਤੇ ਸੌਖਾ ਹੈ? ਔਖਾ ਕੰਮ ਹੈ। ਤੀਰਥਾਂ ਤੇ ਭੱਜ ਭੱਜ ਕੇ ਜਾ ਕੇ ਨਹਾਉਣਾ ਕਿਤੇ ਸੌਖਾ ਕੰਮ ਹੈ? ਔਖਾ ਕੰਮ ਹੈ। ਪਰ ਲਾਭ ਕੁਛ ਵੀ ਨਹੀਂ। ਗੱਲ ਇਹ ਨਹੀਂ ਕਿ ਤੁਸੀਂ ਮਹਿੰਗਾ ਕਿੰਨਾ ਸਾਧਨ ਵਰਤਿਆ। ਭਾਈ ਵੀਰ ਸਿੰਘ ਨੇ ਬੜੀ ਪਿਆਰੀ ਉਦਾਹਰਨ ਦਿੱਤੀ। ਕਹਿਣ ਲੱਗੇ ਮੈਂ ਵੇਖਿਆ ਇੱਕ ਕੋਲਾ, ਕਾਲਾ ਰੰਗ ਉਹਦਾ, ਤੇ ਮੈਂ ਕਿਹਾ ਵੀ ਨਹੀਂ ਇਹਦੀ ਕਾਲਖ ਲਾ ਦੇਵਾਂ, ਕੁਝ ਕਰਾਂ। ਸਾਬਣ ਚੁੱਕਿਆ ਤੇ ਕੋਲੇ ਤੇ ਘਸਾ ਦਿੱਤਾ ਵੀ ਇਹਦੀ ਕਾਲਖ ਦੂਰ ਕਰਨੀ ਹੈ। ਕਾਲਖ ਦੂਰ ਹੀ ਨਹੀਂ ਹੋਈ। ਹਾਲਾਂਕਿ ਸਾਬਣ ਨੂੰ ਖਰੀਦਣ ਲੱਗਿਆ ਪੈਸਾ ਲੱਗਿਆ, ਮਿਹਨਤ ਲੱਗੀ ਹੈ, ਪਰ ਕਾਲਖ ਉਤਰੀ ਨਹੀਂ। ਮੈਂ ਸੋਚਿਆ ਵੀ ਦੁੱਧ ਚਿੱਟਾ ਹੈ, ਦਹੀਂ ਚਿੱਟਾ ਹੈ, ਚਲੋ ਉਹਦੇ 'ਚ ਪਾ ਦੇਵਾਂ। ਹੁਣ ਦੁੱਧ ਵੀ ਮਹਿੰਗਾ ਹੈ, ਦਹੀਂ ਵੀ ਮਹਿੰਗਾ ਹੈ। ਪਾ ਕੇ ਰੱਖਿਆ, ਕੱਢਿਆ ਫਿਰ ਕਾਲਾ, ਫਿਰ ਰੰਗ ਨਹੀਂ ਉਹਦਾ ਬਦਲਿਆ। ਮਨ ਵਿੱਚ ਖਿਆਲ ਆਇਆ ਵੀ ਜਿਵੇਂ ਖੁੰਭ ਚਾੜ ਕੇ ਕੱਪੜਿਆਂ ਨੂੰ ਰੰਗ ਚਾੜੀਦਾ, ਇਹਦੇ ਤੇ ਚਾੜ ਦੇਵਾਂ। ਹੁਣ ਉਹ ਵੀ ਮਹਿੰਗਾ ਸਾਧਨ ਹੈ, ਕੀਤਾ, ਕੋਈ ਫਰਕ ਨਹੀਂ ਪਿਆ। ਕਾਲਾ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸ ਵਟਾਇਆ। ਕਿਸੇ ਸਿਆਣੇ ਨੇ ਕਿਹਾ ਭਲਿਆ ਤੇਰੇ ਅੰਦਰ ਜੋ ਭਾਵਨਾ ਹੈ ਮੈਂ ਉਹਦੇ ਤੇ ਕਿੰਤੂ ਨਹੀਂ ਕਰਦਾ। ਤੂੰ ਚਾਹੁੰਦਾ ਹੈ ਵੀ ਤਾਂ ਰੰਗ ਬਦਲ ਜਾਏ, ਪਰ ਤੂੰ ਇਹ ਤੇ ਸੋਚ ਇਹ ਕਾਲਾ ਹੋਇਆ ਕਿਉਂ ਹੈ। ਉਹ ਕਾਰਨ ਖਤਮ ਕਰ। ਜਦੋਂ ਸੋਚਿਆ ਤੇ ਪਤਾ ਲੱਗਿਆ ਓਹੋ ਕਾਲਾ ਹੋਣ ਦਾ ਕਾਰਨ ਤੇ ਇਹ ਹੈ ਵੀ ਇਹ ਅੱਗ ਤੋਂ ਵਿਛੜ ਗਿਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਜਦ ਤੱਕ ਇਹ ਮਿਲੇਗਾ ਨਹੀਂ ਇਹਦੀ ਕਾਲਖ ਨਹੀਂ ਲੱਥਣੀ। ਅੱਗ ਦੇ ਕੋਲ ਰੱਖ ਦਿਓ ਬਸ ਤੁਸੀਂ। ਹੁਣ ਉਹਦੇ ਵਾਸਤੇ ਤਾਂ ਪੈਸਾ ਵੀ ਨਹੀਂ ਖਰਚਣਾ ਪੈਣਾ। ਕੋਈ ਸਾਬਣ ਦੁੱਧ ਘਿਓ ਨਹੀਂ ਚਾਹੀਦਾ। ਬਸ ਉਹਨੂੰ ਚੁੱਕ ਕੇ ਉਹਦੇ ਅਸਲੇ ਕੋਲ ਰੱਖਣਾ ਹੈ। ਥੋੜ੍ਹੀ ਦੇਰ ਬਾਅਦ ਤੁਸੀਂ ਵੇਖੋਗੇ ਉਹ ਕੋਲੇ ਦਾ ਰੰਗ ਕਾਲਾ ਨਹੀਂ ਰਹੇਗਾ, ਉਹ ਲਾਲ ਸੂਹਾ ਹੋ ਜਾਏਗਾ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਗੱਲ ਇਹ ਨਹੀਂ ਕਿ ਤੁਸੀਂ ਮਹਿੰਗਾ ਸਾਧਨ ਕਿੰਨਾ ਵਰਤਿਆ, ਗੱਲ ਇਹ ਕਿ ਸਹੀ ਸਾਧਨ ਹੈ ਕਿ ਨਹੀਂ। ਅਸੀਂ ਮਹਿੰਗੇ ਸਾਧਨ ਵੇਖ ਕੇ ਹੱਥ ਜੋੜੀ ਜਾਂਦੇ, ਬੜੇ ਮਹਾਨ ਜੋਗੀ ਆ ਜੀ, ਕਿਉਂ ਐਡੀਆਂ ਜਟਾਵਾਂ ਵਧਾਈਆਂ ਪਈਆਂ ਉਹਨਾਂ ਨੇ। ਉਹਨਾਂ ਨੇ ਰੋਟੀ ਛੱਡੀ ਹੋਈ ਹੈ ਜੀ, ਖਾਂਦੇ ਨਹੀਂ ਹੈਗੇ। ਉਹ ਗ੍ਰਸਤੀ ਨਹੀਂ ਹੈਗੇ ਜੀ, ਇਸ ਕਰਕੇ ਮਹਾਨ ਹੈ। ਅਸੀਂ ਵੀ ਬਾਹਰੋਂ ਭੁਲੇਖਾ ਖਾ ਗਏ ਨਾ। ਇਸ ਤਰ੍ਹਾਂ ਨਹੀਂ ਹੈ। ਹਜ਼ੂਰ ਕਹਿਣ ਲੱਗੇ ਆਓ ਦੱਸੀਏ ਸੱਚਿਆਰਾ ਕਿਵੇਂ ਬਣੀਦਾ ਹੈ। ਆਪਣੀ ਅਸਲੀਅਤ ਪਤਾ ਲੱਗ ਰਹੀ ਹੈ। ਹਾਲੇ ਆਪਾਂ ਸੱਚ ਦੇ ਪ੍ਰਕਾਸ਼ ਹੋਣ ਯੋਗ ਹੈ ਨਹੀਂ। ਆਪਣੇ ਬਾਰੇ ਵੀ ਦੱਸਦੀ ਹੈ ਜਪਜੀ ਸਾਹਿਬ। ਤੇ ਰੱਬ ਮਿਲਦਾ ਕਿਉਂ ਨਹੀਂ ਹੈ, ਉਹਦਾ ਕਾਰਨ ਵੀ ਆ ਗਿਆ। ਗੱਲ ਕੀਤੀ ਜਵਾਬ ਮਿਲਣਗੇ ਇਹਦੇ ਵਿੱਚੋਂ। ਕਿਉਂ ਨਹੀਂ ਰੱਬ ਮਿਲਦਾ ਬਈ? ਰੱਬ ਤੇ ਸਾਰਿਆਂ ਵਿੱਚ ਹੈ। ਇੱਕ ਓਂਕਾਰ ਦੀ ਵਿਚਾਰ ਕੀਤੀ, ਸਾਡੇ ਵਿੱਚ ਰੱਬ ਹੈ ਤੇ ਮਿਲਿਆ ਤੇ ਹੈ ਨਹੀਂ। ਕਿਉਂ ਨਹੀਂ ਮਿਲਿਆ? ਆ ਜਵਾਬ ਆਇਆ ਜੇ। ਕਿਵ ਕੂੜੈ ਟੁੱਟੈ ਪਾਲ। ਕੂੜਾ ਕਹਿੰਦੇ ਨੇ ਝੂਠ, ਕੂੜ ਕਹਿੰਦੇ ਨੇ ਝੂਠ ਨੂੰ। ਕੂੜਾ ਮੈਨੇ ਝੂਠ ਦੀ, ਪਾਲ ਮੈਨੇ ਕੰਧ। ਸਾਡੇ ਹੁਣ ਰੱਬ ਤੇ ਆ ਸੱਚ, ਤੇ ਕੰਧ ਵਿੱਚ ਕਿਹੜੀ ਹੈ? ਝੂਠ ਦੀ। ਸਾਡੇ ਤੇ ਰੱਬ ਦੇ ਵਿਚਕਾਰ ਝੂਠ ਦੀ ਕੰਧ ਹੈ। ਝੂਠ ਦੀ ਕੰਧ ਹੈ। ਆਸਾ ਕੀ ਵਾਰ। ਝੂਠ ਕੀ ਹੈ? ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਸਾਡੇ ਸਾਹਮਣੇ ਆ ਝੂਠ ਦੀ ਕੰਧ ਹੈ। ਅਸੀਂ ਇਹਦੇ ਮੋਹ ਵਿੱਚ ਫਸੇ ਹੋਣ ਕਰਕੇ ਰੱਬ ਨਾਲ ਮਿਲ ਨਹੀਂ ਪਾਉਂਦੇ। ਮੈਂ ਕੁਛ ਹੈਗਾ, ਇਹ ਵੀ ਇੱਕ ਕੰਧ ਹੈ ਝੂਠ ਦੀ ਕੰਧ। ਅਸੀਂ ਤਾਂ ਕੁਛ ਵੀ ਨਹੀਂ ਹੈਗੇ।
ਕਹਿੰਦੇ ਇਹ ਝੂਠ ਦੀ ਕੰਧ ਕਿਵੇਂ ਟੁੱਟੇ? ਰੱਬ ਦੇ ਨਾਲ ਮਿਲਾਪ ਕਰਨ ਵਾਸਤੇ ਝੂਠ ਦੀ ਕੰਧ ਟੁੱਟਣੀ ਜ਼ਰੂਰੀ ਹੈ। ਤੇ ਉਹਦਾ ਜਵਾਬ ਵੀ ਮੇਰੇ ਮਾਲਕ ਨੇ ਦੇ ਦਿੱਤਾ। ਖਾਲੀ ਸਮੱਸਿਆ ਨਹੀਂ ਦੱਸੀ, ਇਲਾਜ ਵੀ ਦੱਸਿਆ। ਉਹ ਇਲਾਜ ਅਸੀਂ ਆਪਣੇ ਅੰਦਰ ਧਾਰਨ ਕਰਨਾ ਹੈ। ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ। ਰਜ਼ਾਈ ਦਾ ਮਤਲਬ ਹੈ ਰਜ਼ਾ ਵਾਲਾ ਮਾਲਕ, ਰਜ਼ਾ ਵਾਲੇ ਮਾਲਕ ਦੇ ਹੁਕਮ ਵਿੱਚ ਚੱਲਣਾ। ਆ ਇੱਕ ਤਰੀਕਾ ਹੈ ਨਾਨਕ ਲਿਖਿਆ ਨਾਲ, ਜੋ ਹਰੇਕ ਦੇ ਨਾਲ ਲਿਖਿਆ। ਇਹ ਨਹੀਂ ਕਿ ਮੇਰੇ ਵਾਸਤੇ ਕੋਈ ਪੈਮਾਨਾ ਹੋ ਰਿਹਾ, ਤੁਹਾਡੇ ਵਾਸਤੇ ਕੁਝ ਹੋਰ ਹੋਏਗਾ, ਨਹੀਂ, ਸਾਰਿਆਂ ਵਾਸਤੇ। ਜਿਹੜਾ ਉਹਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰੇਗਾ ਨਾ, ਉਹਦੀ ਝੂਠ ਦੀ ਕੰਧ ਟੁੱਟ ਜਾਏਗੀ। ਅਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਨਹੀਂ ਹੈ। ਇਹਦੇ ਵਿੱਚ ਇੱਕ ਸਵਾਲ ਹੁਣ ਕਈਆਂ ਦੇ ਅੰਦਰ ਉੱਠ ਰਿਹਾ ਹੋਣਾ ਹੈ, ਇਹਦਾ ਮਤਲਬ ਸਾਡੇ ਤੇ ਰੱਬ ਦਾ ਹੁਕਮ ਨਹੀਂ ਚੱਲਦਾ, ਅਸੀਂ ਰੱਬ ਦੇ ਹੁਕਮ ਤੋਂ ਬਾਹਰ ਹੈ। ਇਹਦਾ ਮਤਲਬ ਕਿਉਂ ਕਿਹਾ ਜਾ ਰਿਹਾ ਹੈ ਵੀ ਰਜ਼ਾ ਵਾਲੇ ਮਾਲਕ ਦੇ ਹੁਕਮ ਵਿੱਚ ਚੱਲਣਾ? ਇਹਦਾ ਮਤਲਬ ਮੈਂ ਹੁਕਮ ਤੋਂ ਬਾਹਰ ਹੈ। ਅਗਲੀ ਪੌੜੀ ਵਿੱਚ ਇਹਦਾ ਜਵਾਬ ਆਣਾ, ਅਸੀਂ ਉਦੋਂ ਸਾਂਝਾ ਕਰਾਂਗੇ। ਸਤਿਗੁਰੂ ਜੀ ਨੇ ਸਮਝਾ ਦਿੱਤਾ, ਹੁਕਮ ਪਛਾਣੈ ਖਸਮ ਕਾ। ਸਾਨੂੰ ਪਹਿਚਾਣ ਨਹੀਂ ਹੈ ਹੁਕਮ ਦੀ। ਇਹ ਪਹਿਚਾਨਣਾ ਹੈ ਵੀ ਖਸਮ ਦਾ ਹੁਕਮ ਹੈ ਕਿ ਸਾਡੇ ਵਾਸਤੇ, ਅਸੀਂ ਕੀ ਕਰਨਾ ਹੈ ਤੇ ਕੀ ਛੱਡਣਾ ਹੈ, ਸਾਨੂੰ ਪਛਾਣ ਹੀ ਨਹੀਂ ਹੈਗੀ। ਹੁਕਮ ਪਛਾਣੈ ਖਸਮ ਕਾ, ਦੂਜੀ ਅਵਰ ਸਿਆਣਪ ਕਾਏ। ਦੂਜੀ ਹੋਰ ਸਿਆਣਪ ਕਾਹਦੀ ਹੈਗੀ? ਉਹ ਛੱਡਣੀ ਪਏਗੀ। ਆਹ ਇੱਕ ਢੰਗ ਤਰੀਕਾ ਹੈ। ਮਾਲਕ ਰਹਿਮਤ ਕਰੇ ਅਸੀਂ ਇਸ ਖਜ਼ਾਨੇ ਵਿੱਚ ਪੈ ਜਾਈਏ, ਸਾਨੂੰ ਰੱਬ ਦੀ ਰਜ਼ਾ, ਗੁਰੂ ਦੀ ਰਜ਼ਾ ਚੰਗੀ ਲੱਗੇ, ਚੰਗੀ ਲੱਗੇ ਸਾਨੂੰ। ਤੇ ਮੇਰੇ ਮਾਲਕ ਨੇ ਇੱਥੇ ਇਹੀ ਗੱਲ ਸਮਝਾਈ ਹੈ, ਜੇ ਅਸੀਂ ਕਰਮ ਕਾਂਡਾਂ ਵਿੱਚ ਫਸੇ ਰਹੇ ਨਾ, ਕਰਮ ਕਾਂਡਾਂ ਵਿੱਚ ਫਸੇ ਰਹੇ, ਇੱਕ ਦਿਨ ਸਾਨੂੰ ਕਹਿਣਾ ਪਏਗਾ ਆ ਕੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ। ਤੇ ਲਾਭ ਕੀ ਹੋਇਆ? ਕੁਛ ਵੀ ਨਹੀਂ। ਪੰਜ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਸਗੋਂ ਉਲਟਾ ਹੀ ਕੰਮ ਹੋ ਗਿਆ, ਹੰਕਾਰ ਹੋਰ ਵੱਧ ਗਿਆ। ਮੈਂ ਇੰਨੇ ਪਾਠ ਕਰ ਚੁੱਕਿਆ ਜੀ, ਮੈਂ ਇੰਨਾ ਸਭ ਕੁਝ ਕਰ ਚੁੱਕਿਆ। ਕਹਿਣਾ ਪਏਗਾ, ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰੇ। ਇਹਦੇ ਕੋਲ ਵਿਵੇਕਾ ਮੰਗਣਾ, ਇਹਦੇ ਕੋਲ ਉਹ ਮੱਤ ਮੰਗਣੀ ਹੈ ਜਿਹਦੇ ਨਾਲ ਸਹੀ ਔਰ ਗਲਤ ਦਾ ਨਿਰਣਾ ਹੋ ਜਾਏ। ਪੂਰਾ ਸ਼ਬਦ ਪੜ੍ਹ ਕੇ ਵੇਖਿਓ, ਮੌਨ ਭਇਓ ਕਰ ਪਾਤੀ ਰਹਿਓ। ਮੈਂ ਸਭ ਕੁਝ ਕੀਤਾ, ਮੌਨੀ ਹੋ ਗਿਆ। ਹੱਥ ਉੱਤੇ ਰੱਖ ਕੇ ਖਾਣ ਵਾਲਾ ਭਾਂਡਿਆਂ ਦਾ ਤਿਆਗ ਕਰਤਾ, ਹੱਥ ਨੂੰ ਹੀ ਆਪਣੇ ਭਾਂਡੇ ਬਣਾ ਲਿਆ। ਨਗਨ ਫਿਰਿਓ ਬਨ ਮਾਹੀ, ਮੈਂ ਕੱਪੜਿਆਂ ਦਾ ਤਿਆਗ ਵੀ ਕਰਤਾ। ਮੈਂ ਘਰ-ਬਾਰ ਰਹਿਣ ਦੀ ਥਾਂ ਜੰਗਲਾਂ ਵਿੱਚ ਰਹਿਣ ਲੱਗ ਪਿਆ। ਤਟ ਤੀਰਥ ਸਭ ਧਰਤੀ ਭ੍ਰਮਿਓ, ਮੈਂ ਸਾਰੇ ਤੀਰਥਾਂ ਦਾ ਭ੍ਰਮਣ ਵੀ ਕਰਦਾ ਰਿਹਾ। ਲਾਭ ਕੀ ਹੋਇਆ? ਦੁਬਿਧਾ ਛੁਟਕੈ ਨਾਹੀ, ਦੁਬਿਧਾ ਛੁਟਕੈ ਨਾਹੀ, ਦੁਬਿਧਾ ਛੁਟਕੈ ਨਾਹੀ, ਦੁਬਿਧਾ ਛੁਟਕੈ ਨਾਹੀ। ਦੁਬਿਧਾ ਨਹੀਂ ਫਿਰ ਛੁੱਟਦੀ ਹੈਗੀ, ਉਹ ਉੱਥੇ ਹੀ ਫਸੀ ਹੋਈ ਹੈ। ਫਿਰ ਲਾਭ ਕੀ ਹੋਇਆ? ਇਸ ਕਰਕੇ ਮੇਰੇ ਮਾਲਕ ਨੇ ਜੋ ਸਾਨੂੰ ਸਮਝਾਇਆ ਉਸ ਨੂੰ ਧਾਰਨ ਕਰੀਏ, ਆਪਾਂ ਗੁਰੂ ਦੀ ਰਜ਼ਾ ਨੂੰ ਸਮਝ ਕੇ ਉਹਦੇ ਵਿੱਚ ਆਪਣਾ ਜੀਵਨ ਬਤੀਤ ਕਰੀਏ ਜੀ। ਆਓ ਅਗਲਾ ਸ਼ਬਦ ਸਰਵਣ ਕਰੀਏ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਪਵਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਹੁਕਮੈ ਅੰਦਰ ਸਭ ਕੋ,
ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ। ਗੁਰੂ ਪਿਆਰ ਵਾਲਿਓ, ਇਸ ਪੌੜੀ ਦੇ ਅਰਥ ਸਮਝਣ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੱਲੋਂ ਉਚਾਰਨ ਕੀਤੇ ਹੋਏ ਆਸਾ ਕੀ ਵਾਰ ਦੀਆਂ 2 ਪੰਕਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੇ ਇਹਦੇ ਪੌੜੀ ਦੇ ਜਿਹੜੇ ਅਰਥ ਨੇ ਉਹ ਸਾਨੂੰ ਛੇਤੀ ਹੀ ਤੇ ਸੁਖੈਨ ਰੂਪ ਵਿੱਚ ਸਮਝ ਆ ਜਾਣਗੇ। ਗੁਰਦੇਵ ਪਾਤਸ਼ਾਹ ਆਸਾ ਦੀ ਵਾਰ ਦੇ ਵਿੱਚ ਜ਼ਿਕਰ ਕਰਦੇ ਨੇ, ਵਦੀ ਸੋ ਵਜਕ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ। ਇਹਨੂੰ ਕਾਲ ਕਾਲ ਵਿੱਚ ਅਸੀਂ ਆਕਾਰ ਕਈ ਵਾਰ ਪੜ੍ਹ ਜਾਂਦੇ ਆ, ਐੜੇ ਨੂੰ ਕੰਨਾ ਲੱਗਿਆ ਹੋਇਆ। ਬਿਲਕੁਲ ਦਰੁਸਤ ਪਾਠ ਜਿਹੜਾ ਹੈ ਉਹ ਬੀਬਾ ਜੀ ਨੇ ਕੀਤਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਆਕਾਰ ਬਣਦੇ ਨੇ। ਇਹ ਜਿੰਨੇ ਵੀ ਜੀਆਂ ਦੇ ਸਰੀਰ ਨੇ, ਆਕਾਰ ਨੇ, ਇਹ ਸਾਰੇ ਉਹਦੇ ਹੁਕਮ ਵਿੱਚ ਹੀ ਬਣਦੇ ਨੇ। ਤੇ ਮੇਰੇ ਮਾਲਕ ਕਹਿੰਦੇ ਨੇ, ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿਹੋ ਜਿਹਾ ਹੈ। ਪਾਤਸ਼ਾਹ ਕਹਿੰਦੇ ਨੇ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਇਹਨੂੰ ਜੀ ਨੂੰ ਥੋੜ੍ਹਾ ਜਿਹਾ ਖਿੱਚ ਕੇ ਤੁਸੀਂ ਪੜ੍ਹਨਾ ਹੈਗਾ। ਕਈ ਵਾਰ ਜੀਐ ਐੜੇ ਨੂੰ ਅਲੱਗ ਕਰਕੇ ਕਈ ਲੋਕ ਪੜ੍ਹਦੇ ਨੇ, ਉਹ ਨਹੀਂ ਪੜ੍ਹਨਾ। ਸਤਿਗੁਰੂ ਕਹਿੰਦੇ ਨੇ, ਰੱਬ ਦੇ ਹੁਕਮ ਅਨੁਸਾਰ ਸਾਰੇ ਜੀਵ ਪੈਦਾ ਹੁੰਦੇ ਨੇ ਅਤੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਰੱਬ ਦੇ ਦਰ 'ਤੇ ਸ਼ੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ, ਇੱਜ਼ਤ ਮਿਲਦੀ ਹੈ, ਨਾਮਣਾ ਮਿਲਦਾ ਹੈ ਉਹਦੇ ਹੁਕਮ ਦੇ ਅਨੁਸਾਰ ਹੀ। ਮੇਰੇ ਮਾਲਕ ਕਹਿੰਦੇ ਨੇ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਹੀ ਹੈ। ਰੱਬੀ ਹੁਕਮ ਅਨੁਸਾਰ ਕਈ ਮਨੁੱਖ ਚੰਗਾ ਤੇ ਕੋਈ ਭੈੜਾ ਬਣ ਜਾਂਦਾ ਹੈ। ਉਸ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਮਨੁੱਖ ਚੰਗਾ ਹੈ ਤੇ ਕੋਈ ਭੈੜਾ ਬਣ ਰਿਹਾ। ਅਸੀਂ ਵੇਖਦੇ ਹਾਂ ਆਪਣੇ ਆਲੇ ਦੁਆਲੇ, ਝਾਤੀ ਮਾਰ ਕੇ ਤੁਸੀਂ ਵੇਖ ਸਕਦੇ ਹੋ। ਸਤਿਗੁਰੂ ਕਹਿੰਦੇ ਨੇ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ। ਮੇਰੇ ਮਾਲਕ ਕਹਿੰਦੇ ਨੇ ਕਿ ਭਾਈ ਉਸ ਦੇ ਹੁਕਮ ਵਿੱਚ ਹੀ ਕੀਤੇ ਕਰਮਾਂ ਦੇ ਲਿਖੇ ਅਨੁਸਾਰ ਹੀ ਦੁੱਖ ਅਤੇ ਸੁੱਖ ਜੀਵ ਭੋਗਦੇ ਹਨ, ਸਾਰੇ ਹੀ ਭੋਗ ਰਹੇ ਨੇ। ਗੁਰਦੇਵ ਕਹਿੰਦੇ ਨੇ, ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ ਅਕਾਲ ਪੁਰਖ ਦੇ ਦਰ 'ਤੇ ਬਖਸ਼ਿਸ਼ ਹੁੰਦੀ ਹੈ, ਕਈ ਮਨੁੱਖਾਂ ਦੇ ਉੱਤੇ, ਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿੱਤਾਂ ਪ੍ਰਤੀ ਜਨਮ ਮਰਨ ਦੇ ਗੇੜ ਦੇ ਵਿੱਚ ਜਿਹੜਾ ਹੈ ਉਹ ਪਾਉਂਦੇ ਰਹਿੰਦੇ ਨੇ। ਕੋਈ ਜੰਮ ਰਿਹਾ, ਕੋਈ ਮਰ ਰਿਹਾ, ਕੋਈ ਫਿਰ ਜਨਮ ਲੈ ਰਿਹਾ। ਇਹ ਸਾਰੀ ਉਸ ਦੀ ਰਜ਼ਾ ਅਨੁਸਾਰ ਹੋ ਰਿਹਾ, ਉਹਦੇ ਹੁਕਮ ਵਿੱਚ ਹੋ ਰਿਹਾ। ਮੇਰੇ ਮਾਲਕ ਆਖਦੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹਰੇਕ ਜੀਵ ਜਿਹੜਾ ਹੈ ਉਹ ਰੱਬ ਦੇ ਹੁਕਮ ਵਿੱਚ ਹੀ ਹੈ, ਕੋਈ ਜੀਵ ਹੁਕਮ ਤੋਂ ਬਾਹਰ ਨਹੀਂ ਹੈ। ਸਰਬਰੇ ਕਾਇਨਾਤ ਦਾ ਪੱਤਾ ਪੱਤਾ ਉਸ ਦੇ ਹੁਕਮ ਵਿੱਚ ਹੈ। ਗੁਰਦੇਵ ਆਖਦੇ ਨੇ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਸਤਿਗੁਰੂ ਕਹਿੰਦੇ ਨੇ, ਭਾਈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ, ਇਸ ਗੱਲ ਨੂੰ ਪੱਲੇ ਹੀ ਬੰਨ੍ਹ ਲਓ। ਕਿਹੜੀ ਗੱਲ ਨੂੰ? ਕਿ ਸਤਿਗੁਰੂ ਮਹਾਰਾਜ ਕਹਿੰਦੇ, ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲਵੇ, ਸਮਝ ਲਵੇ, ਚੰਗੀ ਤਰ੍ਹਾਂ ਸਮਝਾਣ ਲਵੇ, ਆਪਣੇ ਜੀਵਨ ਵਿੱਚ ਵਸਾ ਲਵੇ। ਚਲੋ ਇਹ ਵੀ ਕਰ ਲਈਏ ਵੀ ਜਿਹੜਾ ਹੁਕਮ ਨੂੰ ਚੰਗੀ ਤਰ੍ਹਾਂ ਬੁੱਝ ਲਵੇ, ਸਮਝ ਲਵੇ, ਤਾਂ ਫਿਰ ਉਹ ਹਉਮੈ ਵਾਲੀਆਂ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ। ਇਹ ਪੈਮਾਨਾ ਹੈ। ਇਹ ਕੀ ਹੈ? ਇਹ ਪੈਮਾਨਾ ਹੈ। ਬੰਦੇ ਨੂੰ 1 ਮਿੰਟ 'ਚ ਤੁਸੀਂ ਪਰਖ ਸਕਦੇ ਹੋ। ਜੇ ਉਹ ਹਉਮੈ ਵਾਲੀਆਂ ਗੱਲਾਂ ਕਰ ਰਿਹਾ ਹੈ, ਜੇ ਉਹ ਹੰਕਾਰ ਵਾਲੀਆਂ ਗੱਲਾਂ ਕਰ ਰਿਹਾ ਹੈ, ਤੇ ਫਿਰ ਸਮਝ ਲਓ ਕਿ ਉਸ ਨੇ ਰੱਬੀ ਹੁਕਮ ਨੂੰ ਹਜੇ ਸਮਝਿਆ ਨਹੀਂ ਹੈ। ਉਹ ਕੇਵਲ ਪੜ੍ਹ ਰਿਹਾ ਹੈ, ਉਹ ਕੇਵਲ ਪੜ੍ਹ ਰਿਹਾ ਹੈ, ਤੇ ਪੜ੍ਹ ਉਸੇ ਤਰ੍ਹਾਂ ਰਿਹਾ ਜਿਵੇਂ ਗੁਰਦੇਵ ਕਹਿੰਦੇ ਨੇ, ਪੰਡਿਤ ਵਾਚੈ ਪੋਥੀਆਂ
ਨਾ ਬੂਝੈ ਵਿਚਾਰ, ਅੰਨ ਕੋ ਮਤੀ ਦੇ ਚਲੇ ਮਾਇਆ ਕਾ ਵਾਪਾਰ। ਕੇਵਲ ਤੋਂ ਕੇਵਲ ਪਠਨ ਪਾਠਨ ਕਰੀ ਜਾ ਰਿਹਾ, ਲਗਾਤਾਰ ਪਠਨ ਪਾਠਨ ਕਰੀ ਜਾ ਰਿਹਾ, ਪਰ ਵਿੱਚ ਵਿਚਾਰ ਕੀ ਹੈ ਉਸ ਨੂੰ ਨਹੀਂ ਸਮਝ ਰਿਹਾ। ਜਿਸ ਨੇ ਮਾਲਕ ਦੇ ਹੁਕਮ ਨੂੰ ਬੁੱਝ ਲਿਆ, ਸਮਝ ਲਿਆ, ਫਿਰ ਉਹ ਹੋਮੇ ਵਾਲੀਆਂ ਗੱਲਾਂ ਨਹੀਂ ਕਰਦਾ। ਉਹ ਤੇ ਬੜੇ ਪਿਆਰ ਨਾਲ, ਬੜੀ ਨਿਮਰਤਾ ਦੇ ਨਾਲ ਇੱਕ ਦੂਜੇ ਨਾਲ ਜਿਹੜਾ ਹੈ ਉਹ ਵਰਤਾਰਾ ਵਰਤਦਾ ਹੈ। ਉਹ ਸਮਾਜ ਵਿੱਚ ਰਹਿੰਦਾ ਵੀ ਇਉਂ ਹੈ ਕਿ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਤਾਣ ਹੁੰਦੇ ਹੋਏ ਨਿਤਾਣਾ। ਉਹ ਤਾਕਤ ਹੁੰਦਿਆਂ ਵੀ ਨਾ ਨਿਤਾਣਾ ਹੋ ਕੇ ਰਹਿੰਦਾ, ਮਾਣ ਹੁੰਦੇ ਹੋਏ ਨਿਮਾਣਾ। ਉਹ ਨਿਮਾਣਾ ਬਣ ਕੇ ਰਹਿੰਦਾ ਹੈ। ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਅਸਲ ਵਿੱਚ ਹੁਕਮ ਦੀ ਪਰਿਭਾਸ਼ਾ ਦਿੰਦਿਆਂ ਦਿੰਦਿਆਂ ਸਤਿਗੁਰੂ ਜੀ ਇੱਕ ਚੰਗੇ ਗੁਰਸਿੱਖ ਦੀ, ਸੋਹਣੇ ਭਗਤ ਦੀ ਘਾੜਤ ਘੜਨ ਦੀ ਜਿਹੜਾ ਹੈ ਉਹ ਜੁਗਤ ਸਾਨੂੰ ਦੱਸ ਰਹੇ ਨੇ। ਕਿਵੇਂ ਮੇਰੇ ਮਾਲਕ ਹੁਕਮ ਦੀ ਗੱਲ ਕਰ ਰਹੇ ਨੇ, ਇਹ ਵਿਸਥਾਰ ਨਾਲ ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਦੱਸਣਗੇ ਜੀ। ਇੱਕ ਜੋ ਗੁਰਬਾਣੀ ਦੀ ਲਿਖਤ ਨਿਯਮਾਵਲੀ ਹੈ ਉਹਦੇ ਨਾਲ ਵੀ ਆਪਾਂ ਸਾਂਝ ਪਾਈਏ। ਪਹਿਲੀ ਪੰਕਤੀ, ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ। ਇੱਥੇ ਹੁਕਮ ਦੇ ਮੌਂ ਨੂੰ ਔਂਕੜ ਹੈ। ਕਈ ਵਾਰ ਇੱਥੇ ਸਾਂਝ ਪਾਈ ਹੈ, ਮੈਂ ਛੇਤੀ ਨਾਲ ਗੱਲ ਕਰ ਰਿਹਾ ਹਾਂ ਵੀ ਜਦੋਂ ਕੋਈ ਨਾਉਨ ਮੈਨੇ ਵਸਤੂ, ਵਿਅਕਤੀ, ਸਥਾਨ, ਉਹਨੂੰ ਜਿਹੜਾ ਸ਼ਬਦ ਪ੍ਰਗਟ ਕਰਦਾ ਹੈ ਉਹਨੂੰ ਅਸੀਂ ਕਹਿੰਦੇ ਇਹ ਨਾਉ ਸ਼ਬਦ ਹੈ। ਜਦੋਂ ਕੋਈ ਨਾਉ ਇੱਕ ਵਚਨ ਹੋਵੇ ਔਰ ਪੁਰਸ਼ ਜਾਤੀ ਨਾਲ ਸੰਬੰਧਿਤ ਹੋਵੇ ਤਾਂ ਲਿਖਣ ਲੱਗਿਆ ਉਹਦੇ ਅਖੀਰ ਵਿੱਚ ਗੁਰਬਾਣੀ ਵਿੱਚ ਔਂਕੜ ਪਾਈ ਜਾਂਦੀ ਹੈ। ਹੁਕਮ ਨੂੰ ਕੀ ਕਹਿੰਦੇ? ਮੇਰਾ ਹੁਕਮ ਨਹੀਂ ਮੰਨਦਾ ਕਿ ਮੇਰੀ ਹੁਕਮ ਨਹੀਂ ਮੰਨਦਾ, ਅਸੀਂ ਮੇਰਾ ਕਹਿੰਦੇ ਹਾਂ। ਜਿਹਦੇ ਨਾਲ ਆਪਾਂ ਮੇਰਾ ਲਗਾ ਕੇ ਗੱਲ ਕਰੀਏ ਉਹ ਪੁਲਿੰਗ ਵਾਚਕ ਹੈ। ਹੁਕਮ ਪੁਲਿੰਗ ਹੈ, ਹੁਕਮ ਇੱਕ ਵਚਨ ਹੈ, ਇਸ ਕਰਕੇ ਤੇ ਹੁਕਮ ਦੇ ਮੌਂ ਨੂੰ ਔਂਕੜ ਹੈ। ਪਰ ਅਗਲੀ ਪੰਕਤੀ ਵੇਖੋ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਇੱਥੇ ਹੁਕਮ ਦੇ ਮੌਂ ਨੂੰ ਸਿਹਾਰੀ ਹੈ, ਪੜਿਆ ਤੇ ਹੁਕਮ ਹੀ ਅਸੀਂ। ਇਸ ਸਿਹਾਰੀ ਵਿੱਚੋਂ ਵੀ ਕੋਈ ਅਰਥ ਨਿਕਲਦੇ ਨੇ। ਜੇ ਕਿਸੇ ਇੱਕ ਵਚਨ ਪੁਲਿੰਗ ਨਾਉਨ ਦੇ ਅਖੀਰ 'ਚ ਸਿਹਾਰੀ ਆ ਜਾਏ ਨਾ, ਸੌਖੀਆਂ ਸਮਝਣ ਵਾਸਤੇ ਆਪਾਂ ਇੰਜ ਸਮਝ ਲਈਏ ਵੀ ਉਹਦੇ ਵਿੱਚੋਂ ਚਾਰ ਸੰਬੰਧਕੀ ਅਰਥਾਂ ਵਿੱਚੋਂ ਕੋਈ ਇੱਕ ਅਸੀਂ ਇੱਥੇ ਲਗਾਉਣਾ ਹੈ। ਉਸ ਸਿਹਾਰੀ ਦਾ ਅਰਥ ਹੋ ਸਕਦਾ ਹੈ ਨੇ, ਸਿਹਾਰੀ ਵਿੱਚੋਂ ਅਰਥ ਨਿਕਲ ਸਕਦੇ ਹਨ ਨਾਲ, ਸਿਹਾਰੀ ਵਿੱਚੋਂ ਅਰਥ ਹੋ ਸਕਦੇ ਹਨ ਤੋਂ, ਜਾਂ ਸਿਹਾਰੀ ਅਰਥ ਕਰੇਗੀ ਵਿੱਚ। ਇੱਥੇ ਇਹਨਾਂ ਚਾਰਾਂ ਵਿੱਚੋਂ ਕੋਈ ਇੱਕ ਅਰਥ ਲੈਣਾ ਹੈ। ਇੱਥੇ ਹੈ ਹੁਕਮ ਵਿੱਚ ਹੀ ਵਡਿਆਈ ਮਿਲਦੀ ਹੈ। ਸੋ ਸਿਹਾਰੀ ਵਿੱਚੋਂ ਅਸੀਂ ਵਿੱਚ ਦੇ ਅਰਥ ਕੀਤੇ। ਤੁਸੀਂ ਦਰਸ਼ਨ ਕੀਤੇ ਹੋਣਗੇ ਇੱਥੇ ਪਾਠ ਕਰਨ ਲੱਗਿਆਂ। ਇੱਕ ਨਾ ਹੁਕਮੀ ਬਖਸ਼ੀਸ਼, ਅੱਗੇ ਸ਼ਬਦ ਕੀ ਹੈ? ਇੱਕ। ਇੱਥੇ ਕੱਕੇ ਨੂੰ ਸਿਹਾਰੀ ਪਈ ਹੋਈ ਹੈ। ਪਿੱਛੇ ਪੜ੍ਹ ਕੇ ਆਏ ਹੋ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਚ। ਉੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਨਹੀਂ ਹੈ, ਉੱਥੇ ਇੱਕ ਦਾ ਕੱਕਾ ਮੁਕਤਾ ਹੈ। ਹੁਣ ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਹੈ। ਜਦੋਂ ਐਵੇਂ ਦਾ ਰੂਪ ਆਵੇ, ਇੱਕ ਦੇ ਕੱਕੇ ਨੂੰ ਸਿਹਾਰੀ ਆਵੇ, ਉੱਥੇ ਗਿਣਤੀ ਦਾ ਇੱਕ ਅਰਥ ਨਹੀਂ ਕਰਨਾ। ਉਹਦਾ ਅਰਥ ਹੈ ਬਹੁਤ ਸਾਰੇ, ਕਈ। ਜਿਵੇਂ ਅਸੀਂ ਗੱਲਬਾਤ ਕਰਨ ਲੱਗਿਆਂ ਕਹਿੰਦੇ ਹਾਂ ਦੋ ਪ੍ਰਕਾਰ ਦੇ ਜੀਵ ਨੇ, ਇੱਕ ਇਮਾਨਦਾਰ ਤੇ ਇੱਕ ਬੇਈਮਾਨ। ਇੱਥੇ ਇੱਕ ਦਾ ਮਤਲਬ ਕੀ ਹੋ ਗਿਆ? ਕਈ। ਸੋ ਇੱਦਾਂ ਹੀ ਇੱਕ ਦੇ ਕੱਕੇ ਨੂੰ ਸਿਹਾਰੀ ਆਵੇ ਤਾਂ ਉਹਦੇ ਅਰਥ ਹੋਣਗੇ ਕਈ। ਆਓ ਹੁਣ ਇਹਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ। ਹੁਕਮ ਮੰਨਣਾ ਇੱਕ ਐਸਾ ਜਾਦੂ ਹੈ ਜੋ ਸਾਨੂੰ ਵੱਡਿਆਂ ਤੋਂ ਖੁਸ਼ੀ ਲੈ ਕੇ ਦਿੰਦਾ ਹੈ। ਬੱਚਾ ਜੇ ਮਾਪਿਆਂ ਦਾ ਹੁਕਮ ਮੰਨਦਾ ਹੈ ਤੇ ਮਾਪੇ ਖੁਸ਼ ਹੋਣਗੇ। ਇੱਕ ਦਿਨ ਪਿਤਾ ਆਪਣੀ ਸਾਰੀ ਹੱਟੀ ਕਾਰੋਬਾਰ ਉਹਦੇ ਨਾਂ ਕਰ ਦਿੰਦਾ ਹੈ। ਜਿਹੜਾ ਵਿਦਿਆਰਥੀ ਆਪਣੇ ਅਧਿਆਪਕ ਦਾ ਹੁਕਮ ਮੰਨਦਾ ਹੈ ਉਹ ਆਪਣੇ ਅਧਿਆਪਕ ਤੋਂ ਸ਼ਾਬਾਸ਼ ਪ੍ਰਾਪਤ ਕਰਦਾ ਹੈ। ਕਾਪੀਆਂ ਦੇ ਉੱਤੇ ਤੁਹਾਨੂੰ ਕਈ ਵਾਰੀ ਗੁੱਡ, ਐਕਸਲੈਂਟ, ਵੈਰੀ ਗੁੱਡ ਮਿਲਿਆ ਹੋਏਗਾ ਨਾ। ਭਲਾ ਕਿਉਂ ਮਿਲਿਆ? ਕਿਉਂਕਿ ਤੁਸੀਂ ਉਹਦੇ ਕਹੇ ਅਨੁਸਾਰ ਕਾਰਜ ਕੀਤਾ ਹੈ, ਸ਼ਾਬਾਸ਼ ਮਿਲਦੀ ਹੈ ਸਾਨੂੰ।
ਇੱਕ ਪਤਨੀ ਆਪਣੇ ਪਤੀ ਦੇ ਹੁਕਮ ਵਿੱਚ ਰਹਿੰਦੀ ਹੈ ਤੇ ਬਹੁਤ ਪਿਆਰ ਬਣਿਆ ਰਹਿੰਦਾ ਹੈ। ਇਸੇ ਤਰੀਕੇ ਦੇ ਨਾਲ ਇੱਕ ਪਤੀ ਜਿਹੜਾ ਹੈਗਾ ਉਹ ਉਹਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹੋਇਆ ਜਿੰਦਾ ਹੈਗਾ ਤੇ ਪਿਆਰ ਬਣਿਆ ਰਹਿੰਦਾ ਹੈ। ਹੁਕਮ ਜਦੋਂ ਇੱਕ ਚੇਲਾ ਮੰਨਦਾ ਹੈ ਆਪਣੇ ਉਸਤਾਦ ਦਾ, ਇੱਕ ਦਿਨ ਉਹਦੀ ਗੱਦੀ ਦਾ ਵਾਰਿਸ ਹੋ ਜਾਂਦਾ ਹੈ। ਹੁਣ ਆਪਾਂ ਰੱਬ ਜੀ ਕੋਲੋਂ ਸ਼ਾਬਾਸ਼ ਲੈਣੀ ਹੈ ਤੇ ਤਰੀਕਾ ਹੀ ਰਹੇਗਾ ਹੁਕਮ ਦਾ। ਸਤਿਗੁਰ ਦੇ ਪਾਵਨ ਬਚਨ ਨੇ, ਨਾਨਕ ਹੁਕਮ ਪਛਾਣ ਕੈ, ਨਾਨਕ ਹੁਕਮ ਪਛਾਣ ਕੈ, ਨਾਨਕ ਹੁਕਮ ਪਛਾਣ ਕੈ, ਨਾਨਕ ਹੁਕਮ ਪਛਾਣ ਕੈ। ਤੋ ਖਸਮੈ ਮਿਲਣਾ, ਤੋ ਖਸਮੈ ਮਿਲਣਾ, ਤੋ ਖਸਮੈ ਮਿਲਣਾ, ਤੋ ਖਸਮੈ ਮਿਲਣਾ। ਜੇ ਅਸੀਂ ਚਾਹੁੰਦੇ ਹਾਂ ਉਸ ਰੱਬ ਨਾਲ ਮਿਲਣਾ ਤੇ ਆਹ ਹੁਕਮ ਜਿਹੜੀ ਹੈ ਨਾ, ਇਹ ਦਾਤ ਅਸੀਂ ਪ੍ਰਾਪਤ ਕਰਾਂਗੇ। ਹੁਣ ਹੁਕਮ ਹੈ ਕੀ ਹੈ? ਕਿਉਂਕਿ ਹਜ਼ੂਰ ਨੇ ਪਿਛਲੀ ਗੱਲ 'ਚ ਸਾਨੂੰ ਸਮਝਾਇਆ ਵੀ ਹੁਕਮ ਰਜ਼ਾਈ ਚੱਲਣਾ, ਰਜ਼ਾ ਵਾਲੇ ਦੇ ਹੁਕਮ ਵੀ ਚੱਲਣਾ। ਹੁਕਮ ਹੈ ਕੀ ਹੈ ਸਾਨੂੰ ਪਤਾ ਤੇ ਲੱਗੇ। ਸਤਿਗੁਰੂ ਜੀ ਕਹਿਣ ਲੱਗੇ, ਇਹ ਨਾ ਸਮਝ ਬੈਠਣਾ ਵੀ ਤੁਸੀਂ ਹੁਕਮ ਵਿੱਚ ਚੱਲ ਨਹੀਂ ਰਹੇ ਜਾਂ ਤੁਸੀਂ ਰੱਬ ਦਾ ਹੁਕਮ ਤੁਹਾਡੇ ਉੱਤੇ ਨਹੀਂ ਚੱਲ ਰਿਹਾ। ਇੱਕ ਮਹੀਨ ਜਿਹਾ ਫਰਕ ਇਹਦੇ ਵਿੱਚ ਆਏਗਾ, ਆਪਾਂ ਸਮਝਣਾ ਇਸ ਪੌੜੀ ਵਿੱਚ। ਆ ਜਿੰਨੇ ਵੀ ਆਕਾਰ ਨੇ ਇਹ ਰੱਬ ਦੇ ਹੁਕਮ ਵਿੱਚ ਹੈ। ਬੰਦਾ ਬੜਾ ਕਹਿੰਦਾ ਕੀ ਹੁਕਮ ਚੱਲਦਾ, ਮੈਂ ਤਾਂ ਸਭ ਕੁਝ ਕਰ ਸਕਦਾ। ਸਾਡੇ ਅੰਦਰ ਕਈਆਂ ਦੇ ਸਵਾਲ ਪੈਦਾ ਹੋਏਗਾ ਕਿ ਸਭ ਕੁਝ ਰੱਬ ਕਰਦਾ ਹੈ? ਇੱਥੇ ਪੰਕਤੀ ਵੀ ਆਈ ਹੈ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜੇ ਸਾਰਾ ਕੁਝ ਰੱਬ ਦੇ ਹੁਕਮ ਵਿੱਚ ਹੋ ਰਿਹਾ ਫਿਰ ਤਾਂ ਜਿਹੜਾ ਸ਼ਰਾਬੀ ਸ਼ਰਾਬ ਪੀ ਰਿਹਾ ਉਹਨੂੰ ਕਿਉਂ ਕਿੰਤੂ ਪਰੰਤੂ ਕਰਦੇ ਹੋ? ਇੱਕ ਚੋਰ ਚੋਰੀ ਕਰ ਰਿਹਾ ਫਿਰ ਤੇ ਉਹ ਵੀ ਹੁਕਮ ਵਿੱਚ ਹੀ ਕਰ ਰਿਹਾ। ਅਸੀਂ ਇਹੋ ਜਿਹੀਆਂ ਦਲੀਲਾਂ ਦੇ ਕੇ ਕਈ ਵਾਰੀ ਧਰਮ ਤੋਂ ਤੋੜਨ ਦਾ ਪ੍ਰਚਾਰ ਕਰਦੇ ਹਾਂ, ਕਿੰਤੂ ਪਰੰਤੂ ਕਰਦੇ ਹਾਂ। ਹੁਣ ਤੇ ਸਾਡੇ ਕੋਲ ਸੋਸ਼ਲ ਮੀਡੀਆ ਆ ਗਿਆ, ਜਿਹਦੇ ਕੋਲ ਇਹੋ ਜਿਹੀ ਗੱਲ ਆਉਂਦੀ ਹੈ ਉਹਨੂੰ ਆਪ ਨੂੰ ਜਵਾਬ ਨਹੀਂ ਲੱਭਦਾ, ਉਹ ਅੱਗੇ ਸ਼ੇਅਰ ਕਰ ਦਿੰਦਾ ਜੇ ਬੜੀ ਵੱਡੀ ਗੱਲ ਪ੍ਰਾਪਤ ਹੋ ਗਈ। ਸਮਝ ਸਾਨੂੰ ਆਪ ਨੂੰ ਨਹੀਂ ਆਈ। ਪਹਿਲੀ ਉਹ ਪੰਕਤੀ, ਹੁਕਮੀ ਹੋਵਨ ਆਕਾਰ। ਕੀ ਸਾਡਾ ਆਕਾਰ ਮੱਛੀ ਵਰਗਾ ਹੈ? ਨਹੀਂ ਨਾ। ਤੇ ਮੱਛੀ ਕਿੱਥੇ ਰਹਿੰਦੀ ਹੈ? ਪਾਣੀ ਵਿੱਚ। ਜੇ ਅਸੀਂ ਸਭ ਕੁਝ ਕਰ ਸਕਦੇ ਹਾਂ, ਜਾਓ ਪਾਣੀ ਵਿੱਚ ਰਹਿ ਕੇ ਵਿਖਾਓ, ਰਹਿ ਸਕਾਂਗੇ ਅਸੀਂ? ਰੱਬ ਜੀ ਨੇ ਸਾਡਾ ਆਕਾਰ ਜਿਸ ਯੋਗ ਬਣਾਇਆ ਨਾ, ਅਸੀਂ ਮਜਬੂਰ ਹਾਂ ਉਸ ਰੂਪ ਵਿੱਚ ਰਹਿਣ ਲਈ। ਮੱਛੀ ਨੂੰ ਧੱਕੇ ਨਾਲ ਬਾਹਰ ਕੱਢ ਕੇ ਰੱਖੋ, ਤੁਸੀਂ ਨਹੀਂ ਰੱਖ ਸਕੋਗੇ। ਉਹਦਾ ਆਕਾਰ ਬਣਾਇਆ, ਉਸ ਹਿਸਾਬ ਨਾਲ ਬਣਾਇਆ। ਹੁਣ ਇੱਥੋਂ 10 ਮੰਜ਼ਲਾਂ ਤੱਕ ਖਿੜਕੀ ਤੇ ਬਹਿ ਕੇ ਥੱਲੇ ਛਾਲ ਮਾਰੋ, ਕੀ ਆਪਾਂ ਮਾਰ ਸਕਾਂਗੇ? ਪੰਛੀ ਨੂੰ ਕੋ ਕਹਿੰਦਾ ਲੈ ਮੈਂ ਹੁਣ ਮਾਰ ਦਿੰਦਾ। ਉਹਦੇ ਕੋਲ ਪੰਖ ਹੈ, ਉਹਦੇ ਕੋਲ ਆਕਾਰ ਹੈ, ਉਹ ਕਾਰਜ ਕਰ ਸਕਦਾ ਉਹ ਵਾਲਾ। ਵੀਰ ਜੀ ਨੇ ਇੱਕ ਪੰਕਤੀ ਪੜ੍ਹੀ ਸੀ, ਸਭਨੀ ਛਾਲਾਂ ਮਾਰੀਆਂ। ਜੋ ਪੰਛੀ ਨੂੰ ਗੁਣ ਦਿੱਤਾ ਉਹ ਮੇਰੇ ਕੋਲ ਗੁਣ ਨਹੀਂ ਹੈ। ਜੋ ਮੈਂ ਕਰ ਸਕਦਾ ਉਹ ਪੰਛੀ ਨਹੀਂ ਕਰ ਸਕਦਾ। ਹੁਣ ਕਿਸੇ ਖੋਤੇ ਨੂੰ ਕਹਿ ਵੀ ਤੂੰ ਲੋਹਾ ਉਡਾ ਕੇ ਵਿਖਾ, ਬੰਦੇ ਤੇ ਉਡਾ ਰਹੇ ਹੈ, ਜਹਾਜ਼ ਦੇ ਰੂਪ ਵਿੱਚ ਉਡਾ ਰਹੇ ਹੈ। ਉਹਦਾ ਆਕਾਰ, ਉਹਦਾ ਦਿਮਾਗ ਇਸ ਯੋਗ ਨਹੀਂ ਮੇਰੇ ਮਾਲਕ ਨੇ ਬਣਾਇਆ। ਸੋ ਸਮਝੀਏ ਇਸ ਗੱਲ ਨੂੰ। ਅਸੀਂ ਜੋ ਕੁਝ ਕਰ ਪਾ ਰਹੇ ਹਾਂ ਇਸ ਕਰਕੇ ਕਰ ਪਾ ਰਹੇ ਹਾਂ ਕਿ ਮੇਰੇ ਮਾਲਕ ਨੇ ਸਾਨੂੰ ਬਣਾਇਆ ਹੀ ਉਸ ਯੋਗ ਹੈ। ਅਸੀਂ ਭੁਲੇਖਾ ਕਰ ਲੈਂਦੇ ਵੀ ਅਸੀਂ ਕਰ ਰਹੇ ਹਾਂ। ਇਸ ਗੱਲ ਨੂੰ ਬੜੇ ਪਿਆਰ ਨਾਲ ਸੋਚਣਾ, ਸਮਝਣਾ ਹੈ। ਕੁਝ ਗੱਲਾਂ ਤਾਂ ਅਸੀਂ ਕਹਿੰਦੇ ਹਾਂ, ਕੁਝ ਗੱਲਾਂ ਅਸੀਂ ਕਹਿੰਦੇ ਹਾਂ ਜਦੋਂ ਕੋਈ ਮਰ ਜਾਂਦਾ ਹੈ ਨਾ, ਅਸੀਂ ਕਿਸ ਨੂੰ ਮਾਰਨਾ ਤਾਂ ਨਹੀਂ ਚਾਹੁੰਦੇ। ਆਪਣੇ ਪਿਆਰਿਆਂ ਨੂੰ ਕੋਈ ਚਾਹੁੰਦਾ ਹੈ ਮਰ ਜਾਏ? ਅਸੀਂ ਤਾਂ ਯਤਨ ਕਰਦੇ ਹਾਂ, ਰੁਪਏ ਲਾ, ਡਾਕਟਰਾਂ ਨੂੰ ਦੇ, ਦਵਾਈਆਂ ਲਿਆ, ਬੰਦਾ ਫਿਰ ਚੜ੍ਹਾਈ ਕਰ ਗਿਆ। ਹਾਂ, ਉਹ ਮੰਨ ਲੈਂਦੇ ਵੀ ਇਹ ਭਾਣੇ 'ਚ ਹੈ, ਚੱਲੀ ਨਹੀਂ ਨਾ ਉੱਥੇ ਸਾਡੀ। ਤੇ ਕਈ ਵਾਰੀ ਅਸੀਂ ਘਰ ਦੀ ਔਲਾਦ ਨੂੰ ਵੀ ਬੜਾ ਤਰਸਦੇ ਹਾਂ, ਨਹੀਂ ਬਖਸ਼ਿਸ਼ ਹੁੰਦੀ, ਡਾਕਟਰਾਂ ਦੇ ਗੇੜੇ ਮਾਰ ਮਾਰ ਕੇ, ਇਲਾਜ ਕਰਾ ਕਰਾ ਕੇ ਨਹੀਂ। ਉਦੋਂ ਫਿਰ ਕਹਿੰਦੇ ਨਹੀਂ, ਕਿਉਂਕਿ ਹੱਥ ਖੜੇ ਹੋ ਗਏ ਨਾ। ਹੁਣ ਅਸੀਂ ਜੰਮਣ ਤੇ ਮਰਨ ਹੁਕਮ ਵਿੱਚ ਅਕਸਰ ਕਹਿ ਦਿੰਦੇ ਹਾਂ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰਦਾ ਹੈ ਤੇ ਕਾਰਡ ਦੇ ਉੱਤੇ ਅਕਸਰ ਇੱਕ ਪੰਕਤੀ ਲਿਖੀ ਹੁੰਦੀ ਹੈ, ਕੱਲੇ ਆਵੇ, ਠੀਕ ਹੈ ਨਾ, ਤੇ ਜਾਂਦੇ ਕਿ ਸੱਦੇ
ਉੱਠੀ ਜਾਏ। ਇੰਨੀ ਕੁ ਸਾਨੂੰ ਸਮਝ ਆ ਜਾਂਦੀ, ਕਿਉਂਕਿ ਸਾਡੀ ਉੱਥੇ ਬੇਵਸੀ ਹੈ। ਪਰ ਸੱਚ ਜਾਣਨਾ, ਧਿਆਨ ਦੇ ਨਾਲ ਵੇਖੋ, ਜਨਮ ਦੇ ਨਾਲ ਸੰਬੰਧਿਤ ਕਈ ਗੱਲਾਂ ਵਿੱਚ ਸਾਡੀ ਕੀ ਪੇਸ਼ ਜਾਂਦੀ ਹੈ। ਸਾਡੇ ਵਿੱਚ ਕੌਣ ਹੈ ਜਿਹੜਾ ਕਵੇ ਕਿ ਮੈਂ ਆਪਣੇ ਮਾਪੇ ਨਾ ਆਪ ਚੁਣੇ ਹੈ, ਮੈਂ ਕਿਹਾ ਵੀ ਇਸ ਘਰ ਵਿੱਚ ਮੇਰਾ ਜਨਮ ਹੋਣਾ ਚਾਹੀਦਾ ਹੈ। ਜੇ ਕਿਤੇ ਸਾਡੀ ਚੱਲਦੀ ਹੁੰਦੀ ਨਾ, ਫਿਰ ਤਾਂ ਆਪਾਂ ਅਮੀਰਾਂ ਦੇ ਘਰ ਹੀ ਜਨਮ ਲੈਣਾ ਸੀਗਾ। ਉਹ ਕਰੋੜਪਤੀ ਹੈ, ਉਹਦੇ ਘਰ ਜਾਂਦੇ ਅਸੀਂ। ਚੱਲੀ ਸਾਡੀ ਬੇਬਸੀ, ਸਾਡੀ ਚੱਲੀ, ਸਾਡਾ ਵਸ ਚੱਲਿਆ। ਮੈਂ ਕਹਿੰਦਾ ਜੇ ਕਿ ਇੰਡੀਆ ਵਾਲੇ ਵਸ ਚੱਲਦਾ, ਸਭ ਨੇ ਕਹਿਣਾ ਸੀ ਅਮਰੀਕਾ ਹੀ ਜਨਮ ਲੈਣਾ, ਆਪਾਂ ਤਾਂ ਇੰਡੀਆ ਜਾਣਾ ਹੀ ਨਹੀਂ। ਸਾਡਾ ਵਸ ਚੱਲਿਆ ਨਹੀਂ। ਆਪਣੇ ਜਨਮ ਨਾਲ ਸੰਬੰਧਿਤ ਗੱਲਾਂ ਵੇਖੋ। ਕੋਈ ਬਾਹਰੋਂ ਆਉਂਦਾ ਹੈ, ਬਿਮਾਰ ਹੋ ਜਾਂਦਾ, ਕਿ ਇਹਨੂੰ ਪਾਣੀ ਸੂਟ ਨਹੀਂ ਕੀਤਾ, ਹਵਾ ਪਾਣੀ ਸੂਟ ਨਹੀਂ ਕੀਤੀ, ਸਾਨੂੰ ਕਿਉਂ ਸੂਟ ਕਰ ਗਈ ਬਈ? ਅਸੀਂ ਵੀ ਤਾਂ ਇੱਥੇ ਰਹਿੰਦੇ ਹਾਂ। ਜਿਹੜਾ ਇਸ ਵਾਤਾਵਰਨ ਦਾ ਪ੍ਰਭਾਵ ਸਾਡੇ ਸਰੀਰ ਦੇ ਵਿੱਚ ਹੈ, ਕਿ ਅਸੀਂ ਕੱਢ ਸਕਦੇ ਹਾਂ? ਇਹ ਸੋਚ ਕੇ ਵੇਖੋ, ਜਨਮ ਦੇ ਨਾਲ ਕਈ ਗੱਲਾਂ ਜੁੜੀਆਂ ਹੋਈਆਂ। ਹਿੰਦੂ ਵੀਰ ਦੇ ਘਰ ਜਨਮ ਲੈਣਾ, ਸਿੱਖ ਵੀਰ ਦੇ ਘਰ ਜਨਮ ਲੈਣਾ, ਮੁਸਲਮਾਨ ਵੀਰ ਦੇ ਘਰ ਜਨਮ ਲੈਣਾ, ਈਸਾਈ ਦੇ ਘਰ ਜਨਮ ਲੈਣਾ, ਸਾਡੀ ਆਪਣੀ ਮਰਜ਼ੀ ਚੱਲੀ ਹੈ ਉੱਥੇ? ਨਹੀਂ ਨਾ। ਆਹ ਮੇਰੇ ਮਿੱਤਰ ਹੋਣੇ ਚਾਹੀਦੇ ਹੈ, ਆਹ ਮੇਰਾ ਭਰਾ ਹੋਣਾ ਚਾਹੀਦਾ, ਮੇਰੀ ਭੂਆ ਹੋਣੀ ਚਾਹੀਦੀ ਹੈ, ਮੇਰਾ ਫੁੱਫੜ ਆ ਚਾਹੀਦਾ, ਚਾਚਾ ਹੀ ਚਾਹੀਦਾ। ਚੱਲਦਾ ਵਸ ਕਦੇ? ਅਸੀਂ ਕਹਿੰਦੇ ਸਭ ਕੁਝ ਸਾਡੇ ਹੱਥ ਵਾਸੇ ਵਿੱਚ ਹੈ। ਫਿਰ ਹੋਰ ਦੇਖੋ ਤੁਸੀਂ, ਹੁਕਮ ਨੂੰ ਮਹਿਸੂਸ ਕਰਨਾ ਜਰਾ ਵੀ ਕਿੱਥੇ ਅਸੀਂ ਬੇਬਸ ਹੱਥ ਖੜੇ ਹੁੰਦੇ ਹਾਂ। ਜੁੜਵਾਂ ਬੱਚੇ ਪੈਦਾ ਹੋਏ। ਕਿਹੜੇ ਬੱਚੇ ਪੈਦਾ ਹੋਏ? ਜੁੜਵਾਂ ਬੱਚੇ ਪੈਦਾ ਹੋਏ, ਇੱਕੋ ਸਮੇਂ ਪੈਦਾ ਹੋਏ। ਮਾਪਿਆਂ ਦੇ ਹਾਲਾਤ ਇੱਕੋ ਜਿਹੇ ਸਨ, ਇੱਕੋ ਰਸੋਈ ਵਿੱਚ ਖਾਣਾ ਬਣਿਆ, ਇੱਕੋ ਜਿਹਾ ਖਾਣਾ ਦਿੱਤਾ, ਇੱਕੋ ਜਿਹੇ ਕੱਪੜੇ ਲਿਆ ਕੇ ਦਿੱਤੇ, ਇੱਕੋ ਜਿਹਾ ਲਾਡ ਪਿਆਰ ਦਿੱਤਾ, ਇੱਕੋ ਸਕੂਲ ਵਿੱਚ ਦੋਹਾਂ ਨੂੰ ਪਾਇਆ, ਇੱਕੋ ਟੀਚਰ ਨੇ ਪੜ੍ਹਾਇਆ, ਇੱਕੋ ਕਲਾਸ ਦੇ ਸਾਥੀ ਸੀ। ਸੁਭਾਅ ਦੋਵਾਂ ਦਾ ਵੱਖਰਾ ਹੈ। ਜੇ ਸਭ ਕੁਝ ਇੱਕੋ ਜਿਹਾ ਹੈ ਤੇ ਇਹ ਸੁਭਾਅ 'ਚ ਵਖਰੇਵਾਂ ਕਿਉਂ ਆ ਗਿਆ? ਇਹਦਾ ਮਤਲਬ ਸਾਡੇ ਵੱਲੋਂ ਦਿੱਤੇ ਹੋਏ ਹਾਲਾਤ ਵੀ, ਜੇ ਅਸੀਂ ਕਹੀਏ ਵੀ ਅਸੀਂ ਇਉਂ ਕਰਾਂਗੇ ਤੇ ਇਉਂ ਹੋ ਜਾਏਗਾ, ਇਹ ਨਹੀਂ ਹੈ। ਜੇ ਇਸ ਤਰ੍ਹਾਂ ਹੁੰਦਾ ਫਿਰ ਦੋਹਾਂ ਦਾ ਸੁਭਾਅ ਇੱਕੋ ਹੀ ਹੋਣਾ ਚਾਹੀਦਾ ਸੀਗਾ। ਹਾਲਾਤ ਤੇ ਦੋਹਾਂ ਨੂੰ ਇੱਕੋ ਜਿਹੇ ਮਿਲੇ ਹੈ। ਇੱਕ ਸ਼ਾਂਤ ਬਹੁਤ, ਇੱਕ ਲੜਾਕਾ ਬਹੁਤ ਹੈ। ਜਦੋਂ ਕਿਸੇ ਸਿਆਣਿਆਂ ਨੂੰ ਪੁੱਛੀਏ ਤੇ ਉਹ ਕਈ ਵਾਰ ਇਹ ਗੱਲ ਕਹਿੰਦੇ ਨੇ, ਕਹਿੰਦੇ ਦੇਖੋ ਬੰਦਾ ਹੈ ਤੱਤਾਂ ਦਾ ਪੁਤਲਾ, 5 ਤੱਤਾਂ ਦਾ ਪੁਤਲਾ ਹੈ। ਇਹਨੂੰ ਸਮਝਣ ਲਈ ਇੱਕ ਉਦਾਹਰਨ ਦਿੱਤੀ ਉਹਨਾਂ ਨੇ। ਕਹਿੰਦੇ ਹੁਣ ਤਾਂ ਇਹ ਸਮਾਂ ਨਹੀਂ ਹੈ, ਪੁਰਾਣੇ ਵਕਤ ਵਿੱਚ ਇਹ ਸਮਾਂ ਸੀ, ਘਰਾਂ ਵਿੱਚ ਲਾਲਟੈਨ ਬਾਲੇ ਜਾਂਦੇ ਸਨ। ਬਜ਼ੁਰਗ ਬੈਠੇ ਨੇ, ਉਹਨਾਂ ਨੂੰ ਪਤਾ ਹੋਏਗਾ। ਲਾਲਟੈਨ ਬਾਲੇ ਜਾਂਦੇ ਸਨ, ਉਹਦੇ ਉੱਤੇ ਸ਼ੀਸ਼ਾ ਰੱਖਿਆ ਹੁੰਦਾ ਸੀਗਾ ਤੇ ਸ਼ੀਸ਼ਾ ਕਾਲਾ ਹੋ ਜਾਂਦਾ ਸੀ, ਉਹ ਸਾਫ਼ ਕਰਨਾ ਪੈਂਦਾ ਸੀਗਾ। ਜੇ ਬਹੁਤੀ ਦੇਰ ਚੱਲਦੀ ਰਹੇ ਨਾ ਚਿਮਨੀ ਤੇ ਉਹ ਕਾਲਾ ਹੋ ਜਾਂਦਾ ਸੀ। ਤੇ ਕਈ ਵਾਰੀ ਉਹਨਾਂ ਨੇ ਕਹਿਣਾ ਵੀ ਪਤਾ ਨਹੀਂ ਕਿਹੋ ਜਿਹਾ ਤੇਲ ਹੈ, ਰੋਸ਼ਨੀ ਘੱਟ ਦਿੰਦਾ ਤੇ ਕਾਲਾ ਕਰੀ ਜਾਂਦਾ ਇਹ। ਤੇ ਕਈ ਵਾਰੀ 1-1, 2-2, 3-3 ਦਿਨ ਨਿਕਲ ਜਾਣੇ, ਸ਼ੀਸ਼ਾ ਕਾਲਾ ਨਾ ਬਹੁਤਾ ਹੋਣਾ, ਤੇਲ ਬਹੁਤ ਵਧੀਆ ਹੈ। ਹੁਣ ਨਹੀਂ ਕਾਲਖ ਹੁੰਦਾ, ਹੈ ਤਾਂ ਤੇਲ ਹੀ ਹੈ ਨਾ। ਹੁਣ ਸਾਇੰਸ ਕਹਿੰਦੀ ਆ ਹਾਈਡਰੋਜਨ ਤੇ ਕਾਰਬਨ, ਇਹ ਦੋਏ ਤੱਤ ਮਿਲੇ ਆ ਇਹਦੇ ਵਿੱਚ। ਜਿਹਦੇ ਵਿੱਚ ਕਾਰਬਨ ਦਾ ਤੱਤ ਜ਼ਿਆਦਾ ਹੈ ਉਹ ਧੂਆਂ ਜ਼ਿਆਦਾ ਮਾਰਦਾ ਹੈ, ਰੋਸ਼ਨੀ ਘੱਟ ਦਿੰਦਾ। ਜਿਹਦੇ ਵਿੱਚ ਹਾਈਡਰੋਜਨ ਦੀ ਮਾਤਰਾ ਵੱਧ ਹੈਗੀ ਹੈ ਉਹ ਰੋਸ਼ਨੀ ਵੱਧ ਦਿੰਦਾ ਤੇ ਧੂਆਂ ਘੱਟ ਦਿੰਦਾ। ਇਸੇ ਤਰ੍ਹਾਂ ਆਪਾਂ ਬਣਿਆ 5 ਤੱਤਾਂ ਤੋਂ। ਕਿਸੇ ਵਿੱਚ ਅਗਨੀ ਦਾ ਤੇਜ ਜ਼ਿਆਦਾ ਹੈ, ਟੁੱਟ ਕੇ ਪੈਂਦਾ ਦੂਜਿਆਂ ਨੂੰ। ਕਿਸੇ ਵਿੱਚ ਪਾਣੀ ਦਾ ਤੱਤ ਜ਼ਿਆਦਾ ਪ੍ਰਭਾਵੀ ਹੈ, ਉਹ ਬੜਾ ਸ਼ਾਂਤ ਹੈ, ਕੋਈ ਕੁਝ ਕਹਿ ਵੀ ਗਾ ਚੱਲ ਕੋਈ ਗੱਲ ਨਹੀਂ। ਹੁਣ ਇਹ ਤੱਤ ਤੁਸੀਂ ਖਰੀਦੇ ਆ ਕਿਤੇ ਦੁਕਾਨ ਤੋਂ ਵੀ ਸਾਨੂੰ ਇੰਨੀ ਮਾਤਰਾ 'ਚ ਮਿਲ ਜਾਣ? ਤੁਸੀਂ ਵੇਖਿਆ ਕਈ ਬੰਦੇ ਬੜੇ ਫੁਰਤੀਲੇ ਹੋਣਗੇ, ਉਹ ਭੰਬੀਰੀ ਵਾਂਗੂ ਉਹ ਕੰਮ ਕੀਤਾ, ਉਹ ਕੀਤਾ, ਉੱਧਰ ਕਿਆ, ਬੋਲਣਗੇ ਵੀ ਕਾਲ ਕਾਲ, ਬੜੇ ਤੇਜ਼ਮ ਤੇਜ਼ੀ। ਉਹਨਾਂ 'ਚ ਪਵਨ ਦਾ ਤੱਤ ਕਹਿੰਦੇ ਜ਼ਿਆਦਾ ਹੈ, ਇਸ ਕਰਕੇ ਉਹ ਬਹੁਤ ਤੇਜ਼ੀ ਨਾਲ ਕਾਰਜ ਕਰਦੇ ਨੇ। ਕਈਆਂ ਦਾ ਸਰੀਰ ਚੰਗਾ ਤਕੜਾ ਹੁੰਦਾ, ਕਹਿੰਦੇ ਪ੍ਰਿਥਵੀ ਦਾ ਤੱਤ ਜ਼ਿਆਦਾ ਹੈ। ਕਈਆਂ ਦੀ ਬੁੱਧੀ ਬੜੀ ਤੇਜ਼ ਹੁੰਦੀ ਹੈ, ਕਹਿੰਦੇ ਆਕਾਸ਼ ਦਾ ਤੱਤ ਜ਼ਿਆਦਾ ਹੈ। ਇਹ ਵਿਦਵਾਨਾਂ ਦੀ ਰਾਏ ਹੈ। ਕਈ ਵਾਰ 2 ਤੱਤ ਪ੍ਰਭਾਵਿਤ ਹੋ ਜਾਂਦੇ ਹਨ, ਸਰੀਰ ਵੀ ਤਕੜਾ ਹੈ, ਬੁੱਧੀ ਵੀ ਤਕੜੀ ਹੈ।
ਹੁਣ ਇਹ ਤੱਤ ਜਿਹੜੇ ਨੇ ਜਿਹਦੇ ਅਸੀਂ ਪੁਤਲੇ ਬਣੇ ਹੋਏ ਆ, ਕੀ ਇਹ ਅਸੀਂ ਤੁਸੀਂ ਕਿਧਰੋਂ ਖਰੀਦੇ ਹੈ? ਨਹੀਂ, ਇਹ ਤੇ ਬਖਸ਼ਿਸ਼ ਹੀ ਹੈ ਨਾ। ਜਿਹੋ ਜਿਹਾ ਮੇਰੇ ਮਾਲਕ ਨੇ ਬਣਾਇਆ ਉਹਦਾ ਪ੍ਰਭਾਵ ਸਾਡੇ ਵਿੱਚੋਂ ਨਜ਼ਰ ਆਉਣਾ ਸੁਭਾਵਿਕ ਗੱਲ ਹੈ। ਇਸ ਕਰਕੇ ਜੁੜਵੇਂ ਬੱਚਿਆਂ ਦਾ ਵੀ ਸੁਭਾਅ ਵੱਖਰਾ ਵੱਖਰਾ ਹੈ। ਚਲੋ ਹੋਰ ਗੱਲ ਕਰ ਲਈਏ, ਕਿਉਂਕਿ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਸਭ ਕੁਝ ਹੁਕਮ ਵਿੱਚ ਹੋ ਰਿਹਾ, ਸਾਡੇ ਮਨ ਨੂੰ ਧੀਰਜ ਨਹੀਂ ਆਉਂਦਾ। ਹੁਣ ਮੇਰੇ ਵਰਗਾ ਬੰਦਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਲੈਕਚਰ ਦੇ ਕੇ ਆਣਾ ਹੈ ਤੇ ਅੱਜ ਮੈਂ ਕਹਿਣਾ ਇਹ ਬਦਲ ਜਾਏ। ਗੁਲਾਬ ਦੇ ਫੁੱਲ ਕੋਲ ਗਿਆ, ਤੂੰ ਕਿੰਨਾ ਖੂਬਸੂਰਤ ਹੈ, ਤੂੰ ਕਿੰਨਾ ਕੋਮਲ ਹੈ, ਤੇਰੇ ਉੱਤੇ ਕਈ ਕਵਿਤਾਵਾਂ ਲਿਖੀਆਂ, ਪਰ ਭਲਿਆ ਤੂੰ ਕੰਡਿਆਂ ਤੇ ਕਾਹਤੇ ਉੱਗਦਾ ਹੈ, ਥਾਂ ਬਦਲ ਆਪਦਾ। ਇਹ ਆਪਸ ਦੇ ਵਿੱਚ ਸ਼ੂਟ ਨਹੀਂ ਕਰਦਾ। ਤੇ ਉਹ ਫੁੱਲ ਕੀ ਕਹੇਗਾ? ਉਹ ਕਹੇਗਾ ਵੀ ਆਪਣੀ ਸਿਆਣਪ ਭਰਾਵਾ ਤੂੰ ਆਪਣੇ ਕੋਲ ਰੱਖ, ਇਹ ਕੋਈ ਮੇਰੇ ਵੱਸ ਵਿੱਚ ਹੈ? ਇਹ ਤੇ ਜੋ ਹੁਕਮ ਹੈ, ਜੋ ਮੇਰਾ ਆਕਾਰ ਹੈ, ਜਿਹਦੇ ਉੱਤੇ ਹੋਣਾ ਉਹਦੇ ਤੇ ਹੋ ਰਿਹਾ। ਹੁਣ ਮੇਰੇ ਵਰਗਾ ਬੰਦਾ ਜਾ ਕੇ ਸ਼ੇਰ ਨੂੰ ਲੈਕਚਰ ਦੇਣਾ ਸ਼ੁਰੂ ਕਰ ਦੇਵੇ, ਤੂੰ ਵਕਤ ਪਾਇਆ ਪੂਰੇ ਜੰਗਲ ਨੂੰ, ਕਦੇ ਉਹਨੂੰ ਖਾ ਗਿਆ, ਕਦੇ ਉਹਨੂੰ ਖਾ ਗਿਆ, ਬਾਕੀ ਘਾਹ ਖਾਂਦੇ ਆ ਵੀ ਤੈਨੂੰ ਮੌਤ ਪੈਂਦੀ ਘਾਹ ਖਾਣ, ਤੂੰ ਘਾਹ ਖਾਇਆ ਕਰ ਖਾਂ। ਉਹ ਕੀ ਕਹੇਗਾ? ਉਹ ਕਹੇਗਾ ਤੂੰ ਆਪਣੀ ਸਿਆਣਪ ਆਪਣੇ ਕੋਲ ਰੱਖ, ਤੂੰ ਮੈਨੂੰ ਵੇਖ ਕੇ ਸਹੀ, ਮੇਰੇ ਦੰਦਾਂ ਨੂੰ ਵੇਖ, ਮੇਰੀ ਬਣਾਵਟ ਵੇਖ, ਮੇਰੀ ਪਾਚਨ ਕਿਰਿਆ ਵੇਖ, ਮੈਂ ਤੇ ਖਾ ਹੀ ਨਹੀਂ ਸਕਦਾ ਇਹ ਘਾਹ, ਮੈਨੂੰ ਤੇ ਮਾਲਕ ਨੇ ਬਣਾਇਆ, ਮੈਂ ਮਾਸਾਹਾਰੀ ਕੀਤੇ ਆਪਣੀ ਮਰਜ਼ੀ ਨਾਲ ਬਣਿਆ। ਇਹ ਉਹਨੇ ਮੈਨੂੰ ਮਾਸਾਹਾਰੀ ਬਣਾਇਆ ਨਹੀਂ, ਸ਼ਿਕਾਰ ਕਰਨ ਯੋਗ ਵੀ ਬਣਾਇਆ ਮੈਨੂੰ, ਉਸ ਨੂੰ ਦੇਖ ਮੇਰੇ ਦੰਦ। ਤੇ ਜਾ ਕੇ ਮੈਂ ਬੱਕਰੀਆਂ ਨੂੰ ਲੈਕਚਰ ਦੇ ਦੇਵਾਂ ਜਾ ਕੇ ਵੀ ਹੋਵੋ ਤੁਸੀਂ ਇਕੱਠੇ, ਮਾਰੋ ਹਮਲਾ, ਕਰ ਲਓ ਤੁਸੀਂ ਹਮਲਾ ਸ਼ੇਰ ਦੇ ਉੱਤੇ, ਤੁਹਾਨੂੰ ਉਹ ਖਾਂਦਾ, ਤੁਸੀਂ ਟੁੱਟ ਕੇ ਪੈ ਜਾਓ ਉਹਦੇ ਉੱਤੇ, ਉਹਦੀ ਬੋਟੀ ਬੋਟੀ ਨੋਚ ਦਿਓ। ਤੋ ਭੇਡ ਬੱਕਰੀਆਂ ਕੀ ਕਹਿਣਗੀਆਂ ਵੀ ਤੂੰ ਇਹ ਸਿਆਣਾ ਆਪਣੇ ਘਰ ਲੈ ਕੇ ਜਾ ਵਾਪਸ। ਸਾਸੀ ਇਸ ਯੋਗ ਨਹੀਂ ਹੈ, ਸਾਡੇ ਦੰਦ ਵੇਖ ਕੇ ਤੇ ਸ਼ਿਕਾਰ ਕਰਨ ਜੋਗੇ ਹੈ, ਇਹ ਘਾਹ ਪੱਟਣ ਜੋਗੇ ਹੀ ਹੈ। ਸਾਡੀ ਜਿਹੜੀ ਪਾਚਨ ਕਿਰਿਆ ਹੈ, ਜੇ ਤੂੰ ਕਹੇ ਵੀ ਉਹ ਮਾਸ ਖਾਂਦਾ, ਤੁਸੀਂ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿਓ, ਵੀ ਸਾਡੀ ਪਾਚਨ ਕਿਰਿਆ ਉਹ ਨਹੀਂ ਹੈ। ਅਸੀਂ ਜੇ ਘਾਹ ਖਾ ਰਹੇ ਹਾਂ ਨਾ, ਮਾਲਕ ਨੇ ਬਣਾਇਆ ਸਾਨੂੰ ਘਾਹ ਖਾਣ ਲਈ, ਤਾਂ ਅਸੀਂ ਖਾ ਰਹੇ ਹਾਂ। ਹੁਕਮ ਤੇ ਉਹਦਾ ਚੱਲਦਾ, ਅਸੀਂ ਉਹਦੇ ਮੁਤਾਬਕ ਕੰਮ, ਹੁਕਮ ਹੀ ਹੋਵਨ ਆਕਾਰ ਨੂੰ ਸਮਝੀਏ ਅਸੀਂ, ਤਾਂ ਸਮਝ ਆਏਗੀ ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ ਹੈ, ਹੁਕਮ ਵਿੱਚ ਚੱਲ ਰਿਹਾ ਹੈ। ਜਾ ਕੇ ਤੇ ਮੈਂ ਕਿਸੇ ਮੁਰਗੇ ਨੂੰ ਪਕੜ ਲਵਾਂ, ਸਾਰੀ ਦੁਨੀਆ ਤੇਰੇ ਪਿੱਛੇ ਪਈ ਹੋਈ ਹੈ, ਤੂੰ ਵੀ ਪੰਛੀ ਹੈ, ਮਾਰ ਉਡਾਰੀ, ਉੱਤੇ ਚੜ੍ਹ ਜਾ ਕੇ ਬਹਿ ਜਾ। ਉਹ ਕੀ ਕਹੇਗਾ? ਬੇਸ਼ੱਕ ਮੈਂ ਪੰਛੀ ਹਾਂ, ਪਰ ਮੇਰੀ ਉਡਾਰੀ ਇੰਨੀ ਤਕੜੀ ਨਹੀਂ ਹੈ। ਕਬੂਤਰ ਨੂੰ ਧੱਕੇ ਨਾਲ ਪਾਣੀ ਵਿੱਚ ਪਾਵਾਂ, ਬੱਤਖ ਤਰ ਨਹੀਂ ਰਹੀ, ਹੰਸ ਤਰ ਨਹੀਂ ਰਿਹਾ, ਉਹ ਵੀ ਤੇ ਪੰਛੀ, ਤੂੰ ਵੀ ਮਾਰ ਹਮਲਾ, ਤਰ ਜਾ, ਆ ਪਾਰ ਹੋ ਜਾ ਇਸ ਤਲਾਬ ਤੋਂ। ਉਹ ਕਹੇਗਾ ਵੀ ਤੂੰ ਮੈਨੂੰ ਵੈਸੇ ਹੀ ਮਾਰ ਦੇ, ਮੇਰੇ 'ਚ ਯੋਗਤਾ ਨਹੀਂ ਹੈ, ਮੇਰਾ ਆਕਾਰ ਇਹੋ ਜਿਹਾ ਨਹੀਂ ਹੈ ਕਿ ਮੈਂ ਤਰ ਸਕਾਂ। ਹੁਣ ਇਹ ਸਾਰੀਆਂ ਉਦਾਹਰਨਾਂ ਇਸ ਕਰਕੇ ਦਿੱਤੀਆਂ ਵੀ ਆਪਾਂ ਸਮਝ ਸਕੀਏ, ਜੇ ਨਿੰਮ ਨੂੰ ਮੈਂ ਮਿੱਠਾ ਪਾਣੀ ਰੋਜ਼ ਪਾਈ ਜਾਵਾਂ ਕਿ ਮੈਂ ਤੇਰੀ ਮਦਦ ਕਰਦਾ ਹੈ, ਤੂੰ ਸੁਭਾਅ ਬਦਲ, ਇੰਨੇ ਗੁਣਕਾਰੀ, ਕੌੜੀ ਬਹੁਤ ਹੈ, ਤੂੰ ਮਿੱਠੀ ਹੋ ਜਾ, ਤੇ ਕੀ ਜਵਾਬ ਮਿਲੇਗਾ ਜੀ ਇਹਨਾਂ ਸਾਰਿਆਂ ਦਾ? ਵੀ ਇਹ ਸਾਡੇ ਵੱਸ ਵਿੱਚ ਹੈ, ਇਹ ਸਾਡੇ ਵੱਸ ਵਿੱਚ ਨਹੀਂ ਹੈ, ਇਹ ਤੇ ਰੱਬ ਦੇ ਹੁਕਮ ਵਿੱਚ ਹੈ, ਤੇ ਅਸੀਂ ਇਹੋ ਜਿਹਾ ਵਰਤਾਵਾ ਕਰ ਰਹੇ ਹਾਂ। ਹੁਣ ਇਹਨੂੰ ਸਮਝੀਏ ਵੀ ਹੁਕਮ ਹੈ ਅੰਦਰ ਸਭ ਕੋ। ਮੇਰੇ ਮਾਲਕ ਨੇ ਜਿਸ ਜਿਸ ਯੋਗ, ਜਿਸ ਜਿਸ ਨੂੰ ਬਣਾਇਆ ਹੈ, ਉਹ ਉਹੀ ਕਰ ਸਕਦਾ ਹੈ, ਉਹੀ ਕਰ ਸਕਦਾ ਹੈ। ਜੇ ਕੋਈ ਦੂਜਾ ਬਾਡੀ ਬਣਾ ਸਕਦਾ, ਜਿਮ ਕਰਕੇ ਤੁਸੀਂ ਵੀ ਬਣਾ ਸਕਦੇ, ਤੁਹਾਡੇ ਵਿੱਚ ਵੀ ਯੋਗਤਾ ਹੈ, ਮਾਲਕ ਨੇ ਪਾਈ ਹੋਈ ਹੈ, ਨਾ ਕੁਝ ਕਰ ਸਕਦੇ ਹਾਂ। ਹਾਂ ਜੇ ਦੇਖੋ ਪੰਛੀ ਉੱਡ ਸਕਦਾ, ਮੈਂ ਵੀ ਉੱਡਾਂ, ਮੇਰੀ ਪੰਖ ਨਿਕਲ ਜਾਣੇ ਨਹੀਂ ਹੋ ਸਕਦਾ, ਇਹ ਯੋਗਤਾ ਸਾਡੇ 'ਚ ਨਹੀਂ ਪਾਈ ਮੇਰੇ ਮਾਲਕ ਨੇ। ਫਿਰ ਇਹਦੇ ਨਾਲ ਇੱਕ ਸਵਾਲ ਹੋਰ ਜੁੜਦਾ ਵੀ ਜੇ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਫਿਰ ਸਾਨੂੰ ਸਜ਼ਾ ਕਿਉਂ? ਕਿਉਂਕਿ ਗੱਲ ਤੇ ਹੈ ਨਾ ਵੀ ਸਾਡੇ ਤੇ ਬਲੇਮ ਜਿਹੜਾ ਲੱਗਦਾ ਉਹ ਦੂਰ ਕਰੋ ਤੁਸੀਂ। ਅਸੀਂ ਧਰਮ ਨੂੰ ਸਮਝਣ ਨਹੀਂ ਜਾਂਦੇ, ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਾਸਤੇ ਜਾਂਦੇ ਹਾਂ, ਇਸ ਕਰਕੇ ਫਿਰ ਟੰਕਣ ਕਰਦੇ ਹਾਂ। ਜੇ ਸਭ ਕੁਝ ਦੇ ਹੁਕਮ ਵਿੱਚ ਹੈ, ਫਿਰ ਸਾਨੂੰ ਸਜ਼ਾ ਕਿਉਂ, ਕਾਹਦੇ ਵਾਸਤੇ? ਔਰ ਕਈਆਂ ਨੇ ਐਸੀਆਂ ਦਲੀਲਾਂ ਆਪਣੇ ਕੋਲੋਂ ਘੜ ਕੇ ਇੱਕ ਵਹਿਮ ਪਾ ਦਿੱਤਾ ਨੌਜਵਾਨਾਂ ਦੇ ਵਿੱਚ, ਤਾਂ ਕਿ ਉਹ ਕਹਿਣ ਰੱਬ ਹੈ ਹੀ ਨਹੀਂ, ਤੁਹਾਡੇ ਹੀ ਹੈ, ਤੁਸੀਂ ਸਭ ਕੁਝ ਕਰ ਸਕਦੇ ਹੋ।
ਸੋਚ ਕੇ ਵੇਖੀਏ ਇੱਕ ਗੱਲ, ਰੱਬ ਜੀ ਨੇ ਦਿਮਾਗ ਦਿੱਤਾ ਕਿ ਆਪਾਂ ਕਿਸੇ ਫੈਕਟਰੀ 'ਚੋਂ ਬਣਾਇਆ, ਆਰਡਰ ਦੇ ਕੇ ਕਿਸੇ ਨੇ ਮਿਲੇ ਹੀ ਹੈ ਨਾ। ਕਾਹਦੇ ਵਾਸਤੇ ਦਿੱਤਾ ਮੇਰੇ ਮਾਲਕ ਨੇ ਭਲਾ? ਵਰਤ ਲਈਏ ਇਸ ਨੂੰ। ਜੇ ਆਪਾਂ ਇਹਨੂੰ ਵਰਤ ਰਹੇ ਆ ਨਾ, ਚ ਮਰਜ਼ੀ ਕਿਹਦੀ ਹੈ ਫਿਰ? ਮਾਲਕ ਦੀ ਹੈ ਵੀ ਵਰਤ ਲੈਣ। ਹੁਣ ਵਰਤਦੇ ਹੋਏ ਅਸੀਂ ਕਹਿੰਦੇ ਵੀ ਅਸੀਂ ਕਰ ਰਹੇ ਹਾਂ, ਇੱਥੇ ਭੁਲੇਖਾ ਹੈ। ਜੇ ਮਾਲਕ ਦੇਵੇ ਹੀ ਨਾ ਫਿਰ ਵਰਤ ਕੇ ਵਿਖਾਓ। ਇਹਨੂੰ ਇੱਕ ਦਲੀਲ ਨਾਲ ਮੈਂ ਸਮਝਾਉਣ ਦਾ ਯਤਨ ਕਰਾਂ। ਅਸੀਂ ਘਰ ਵਿੱਚ ਕਈ ਵਾਰ ਕੁੱਤੇ ਰੱਖੇ ਹੁੰਦੇ ਆ ਤੇ ਉਹਨੂੰ ਅਸੀਂ ਰੱਸੀ ਬੰਨੀ ਹੁੰਦੀ ਹੈ। ਰੱਸੀ 2 ਮੀਟਰ ਹੈ, ਰੱਸੀ 5 ਮੀਟਰ ਹੈ, ਉਹ ਮਾਲਕ ਦੀ ਮਰਜ਼ੀ ਹੈ, ਮਾਲਕ ਦੀ ਮਰਜ਼ੀ ਹੈ। ਹੁਣ ਉਹ ਜੇ ਜਿੰਨੀ ਲੰਬਾਈ ਹੈ ਰੱਸੀ ਦੀ, ਉਹਦੇ ਅੰਦਰ ਕੁੱਤਾ ਆਪਣੀ ਮਰਜ਼ੀ ਕਰ ਸਕਦਾ ਹੈ। ਜੇ 5 ਮੀਟਰ ਰੱਸੀ ਹੈ, ਉਹ 5 ਮੀਟਰ ਦਾ ਦਾਇਰਾ ਤੇ ਘੁੰਮ ਫਿਰ ਸਕਦਾ, ਆਪਣੀ ਮਰਜ਼ੀ ਕਰ ਸਕਦਾ ਹੈ। ਇਹਦੇ ਪਿੱਛੇ ਮਰਜ਼ੀ ਕਿਹਦੀ ਚੱਲ ਰਹੀ ਭਲਾ? ਮਾਲਕ ਦੀ, ਵੀ ਇੰਨੇ ਕੁ ਏਰੀਏ 'ਚ ਘੁੰਮ ਲੈ, ਆਪਣੀ ਮਰਜ਼ੀ ਕਰ ਲੈ। ਇਹ ਮਰਜ਼ੀ ਉਹਦੇ ਮਾਲਕ ਦੀ ਹੈ ਵੀ ਆਪਣੀ ਮਰਜ਼ੀ ਕਰ ਲਵੇ। ਕਈ ਵਾਰੀ ਉਹ ਕੁੱਤੇ ਨੂੰ ਬਾਹਰ ਘੁਮਾਉਣ ਲੈ ਕੇ ਜਾਂਦਾ, ਉਹ ਖੋਲ ਵੀ ਦਿੰਦਾ ਰੱਸੀ ਵੀ ਖੁੱਲ੍ਹਾ ਪਾਰਕ ਹੈ, ਘੁੰਮ ਲੈ, ਇੱਧਰ ਉੱਧਰ ਜਾ ਆਵੇ। ਤੇ ਕੁੱਤਾ ਖੁਸ਼ ਵੀ ਹੈ, ਉਹ ਛਾਲਾਂ ਮਾਰਦਾ, ਉੱਧਰ ਜਾਂਦਾ, ਇੱਧਰ ਜਾਂਦਾ, ਉੱਧਰ ਜਾਂਦਾ। ਮੈਂ ਕਿਹੜਾ ਹੁਣ ਬੰਨਿਆ, ਆਜ਼ਾਦ ਹੈ। ਹੁਣ ਕਰ ਉਹ ਆਪਣੀ ਮਰਜ਼ੀ ਰਿਹਾ ਹੈ, ਪਰ ਪਿੱਛੇ ਮਰਜ਼ੀ ਕਿਹਦੀ ਹੈ? ਉਹਦੇ ਮਾਲਕ ਦੀ ਮਰਜ਼ੀ ਹੈ, ਜਿਹਨੇ ਰੱਸੀ ਖੋਲ੍ਹੀ ਹੈ ਵੀ ਇਹ ਆਪਣੀ ਮਰਜ਼ੀ ਕਰ ਲਵੇ। ਫਿਰ ਸਜ਼ਾ ਕਿਉਂ? ਮਰਜ਼ੀ ਕਰਦਾ ਕਰਦਾ ਜਦੋਂ ਮਾਲਕ ਦਾ ਹੁਕਮ ਭੁੱਲ ਜਾਂਦਾ ਨਾ, ਤੇ ਗੰਦਗੀ 'ਚ ਮੂੰਹ ਮਾਰਦਾ ਜਾਂ ਕਿਸੇ ਨੂੰ ਪੈਂਦਾ, ਉਦੋਂ ਫਿਰ ਮਾਲਕ ਕੀ ਕਰਦਾ? ਘੂਰਦਾ, ਝਿੜਕਦਾ, ਡੰਡਾ ਵੀ ਦਿਖਾਉਂਦਾ। ਹੁਣ ਇਹ 'ਚ ਤੁਸੀਂ ਕਹੋ ਵੀ ਇਹ ਤੇ ਮਾਲਕ ਦਾ ਕਸੂਰ ਹੈ, ਮਾਲਕ ਨੇ ਮਰਜ਼ੀ ਦਿੱਤੀ ਸੀ ਘੁੰਮਣ ਦੀ ਤੇ ਹੁਣ ਮਾਲਕ ਕੁੱਟਦਾ ਕਿਉਂ ਹੈ? ਨਹੀਂ, ਮਾਲਕ ਨੇ ਆਜ਼ਾਦੀ ਦਿੱਤੀ, ਪਰ ਆਜ਼ਾਦੀ ਦੇਣ ਤੋਂ ਪਹਿਲਾਂ ਉਹਨੇ ਕੁੱਤੇ ਨੂੰ ਕੁਝ ਸਮਝਾਇਆ ਵੀ ਹੁੰਦਾ ਹੈ, ਆਹ ਕੰਮ ਨਹੀਂ ਕਰਨਾ, ਆਹ ਕਰਨਾ ਹੈ। ਜਦੋਂ ਉਹਨੂੰ ਭੁੱਲ ਜਾਂਦਾ ਹੈ, ਆਪਣੀ ਮਰਜ਼ੀ ਕਰਦਾ ਕਰਦਾ ਮਾਲਕ ਦੇ ਹੁਕਮ ਨੂੰ ਭੁੱਲ ਜਾਂਦਾ ਹੈ, ਉਦੋਂ ਫਿਰ ਉਹ ਦੰਡ ਦਾ ਅਧਿਕਾਰੀ ਹੈ। ਇੱਦਾਂ ਹੀ ਅਸੀਂ ਆਪਣੀ ਮਰਜ਼ੀ ਕਰ ਸਕੀਏ। ਵੱਖ-ਵੱਖ ਜੀਵ ਸਾਰੇ ਕਰਦੇ ਆਪਣੀ ਮਰਜ਼ੀ, ਇਹ 'ਚ ਮਾਲਕ ਦੀ ਮਰਜ਼ੀ ਹੈ ਵੀ ਇੰਨੀ ਆਪਣੀ ਮਰਜ਼ੀ ਕਰ ਲੈਣ। ਹਰੇਕ ਨੂੰ ਉਸ ਯੋਗ ਉਹਨਾਂ ਦਿਮਾਗ ਦਿੱਤਾ ਹੈ ਮੇਰੇ ਮਾਲਕ ਨੇ ਵੀ ਆਪਣੀ ਮਰਜ਼ੀ ਕਰ ਲਵੇ ਇਹ। ਪਰ ਮਰਜ਼ੀ ਕਰਦੇ ਕਰਦੇ ਇੱਕ ਹੋਰ ਉਦਾਹਰਨ ਦੇਵਾਂ। ਆਪਾਂ ਖੇਡਦੇ ਹਾਂ, ਖੇਡ ਦੇ ਮੈਦਾਨ ਦੇ ਵਿੱਚ ਹੈ, ਬਹੁਤ ਵਧੀਆ ਖਿਡਾਰੀ ਹੈ, ਖੇਡ ਰਿਹਾ, ਹਾਕੀ ਖੇਡ ਰਿਹਾ, ਮੰਨ ਲਓ 15 ਮਿੰਟ ਹੋ ਗਏ ਉਹਨੂੰ ਖੇਡਦਿਆਂ ਨੂੰ। ਅਚਾਨਕ ਸੀਟੀ ਵੱਜੀ, ਜਿਹੜਾ ਨਾਲ ਦੌੜਿਆ ਫਿਰਦਾ ਸੀ ਰੈਫਰੀ, ਰੁਕਣਾ ਪਿਆ। ਹੁਣ ਉਹ ਕਹੇ ਵੀ ਹੱਦ ਹੋ ਗਈ, 15 ਮਿੰਟ ਮੈਂ ਖੇਡ ਰਿਹਾ, ਉਦੋਂ ਨਹੀਂ ਤੂੰ ਸੀਟੀ ਮਾਰੀ, ਹੁਣ ਵੀ ਤੇ ਮੈਂ ਖੇਡ ਰਿਹਾ, ਤੂੰ ਹੁਣ ਸੀਟੀ ਕਿਉਂ ਮਾਰ ਰਿਹਾ? ਕੀ ਕਹੇਗਾ ਉਹ? ਬੁਲਾਇਆ ਤੁਹਾਨੂੰ ਖੇਡਣ ਵਾਸਤੇ ਹੀ ਹੈ, ਪਰ ਤੂੰ ਖੇਡਦਿਆਂ ਜਿਹੜੀ ਨਿਯਮਾਵਲੀ ਤੈਅ ਕੀਤੀ ਸੀ ਨਾ, ਤੂੰ ਉਹਨੂੰ ਹੁਣ ਭੁੱਲਿਆ, ਉਹਦੇ ਵਿਰੁੱਧ ਗਿਆ। ਇਸ ਕਰਕੇ ਸੀਟੀ ਤੂੰ ਪੂਰੇ ਦਾ ਪੂਰਾ ਸਮਾਂ ਠੀਕ ਢੰਗ ਨਾਲ ਖੇਡ, ਮੈਂ ਇੱਕ ਸੀਟੀ ਵੀ ਨਾ ਮਾਰਾਂਗਾ। ਪਰ ਜੇ ਤੂੰ ਗਲਤੀ ਕਰੇਂਗਾ ਤਾਂ ਸੀਟੀ ਤੇ ਵੱਜੇਗੀ, ਤੈਨੂੰ ਕਾਰਡ ਤੇ ਵਿਖਾਇਆ ਜਾਏਗਾ, ਉਹ ਯੈਲੋ ਹੋਵੇ ਰੈੱਡ ਹੋਵੇ, ਉਹ ਕਾਰਡ ਤੈਨੂੰ ਦਿਖਾਇਆ ਜਾਏਗਾ। ਭਾਵੇਂ ਤੂੰ ਜਿੰਨਾ ਮਰਜ਼ੀ ਚੰਗਾ ਖਿਡਾਰੀ ਹੋਵੇਂ, ਤੂੰ ਹੁਕਮ ਨੂੰ ਭੁੱਲ ਗਿਆ। ਕੀ ਨਿਯਮ ਸੀ ਨਿਰਧਾਰਿਤ ਕੀਤੇ, ਤੂੰ ਉਹਨੂੰ ਭੁੱਲ ਗਿਆ। ਖੇਡ ਦਾ ਮੈਦਾਨ ਵੀ ਪ੍ਰਬੰਧਕਾਂ ਨੇ ਤੈਅ ਕੀਤਾ, ਨਿਯਮ ਵੀ ਤੈਅ ਕੀਤੇ, ਉਹਨਾਂ ਨੂੰ ਬੁਲਾਇਆ ਵੀ ਖੇਡਣ ਵਾਲਿਆਂ ਨੂੰ, ਪਰ ਨਾਲ ਇੱਕ ਰੈਫਰੀ ਵੀ ਰੱਖ ਦਿੱਤਾ ਵੀ ਜਦੋਂ ਇਹ ਨਿਯਮ ਤੋਂ ਵਿਰੁੱਧ ਜਾਣ ਉਦੋਂ ਰੋਕਣਾ ਇਹਨਾਂ ਨੂੰ। ਇੱਦਾਂ ਸੰਸਾਰ ਬਣਾਇਆ ਮੇਰੇ ਮਾਲਕ ਨੇ, ਖੇਡ ਰਚੀ, ਸਾਨੂੰ ਪੈਦਾ ਕੀਤਾ, ਤੇ ਨਾਲ ਕੋਚ ਵੀ ਤੇ ਹੈ ਸਾਡੇ ਕੋਲ। ਖਿਡਾਰੀ ਕੋਚ ਕੋਲੋਂ ਸਿੱਖਦਾ ਨਾ ਕਿਵੇਂ ਖੇਡਣਾ ਹੈ। ਤੇ ਮੇਰੇ ਮਾਲਕ ਨੇ ਸ਼ਾਹ ਪਠਾਇਆ, ਸ਼ਾਹੇ ਪਾਸ, ਉਸ ਸ਼ਾਹ ਨੇ ਗੁਰੂ ਸ਼ਾਹ ਕੋਲ ਭੇਜਿਆ, ਸਿੱਖ ਲਈਏ ਵੀ ਕਿਵੇਂ ਇਹ ਸੰਸਾਰ ਦੀ ਖੇਡ ਖੇਡਣੀ ਹੈ। ਜਦੋਂ ਅਸੀਂ ਖੇਡਦਿਆਂ ਗੁਰੂ ਦੇ ਹੁਕਮਾਂ ਨੂੰ ਭੁੱਲਦੇ ਹਾਂ, ਉਦੋਂ ਫਿਰ ਦੰਡ ਦੇ ਅਧਿਕਾਰੀ ਅਸੀਂ ਹਾਂ। ਉਦੋਂ ਨਹੀਂ ਅਸੀਂ ਕਹਿ ਸਕਦੇ ਵੀ ਇਹ ਤਾਂ ਰੱਬ ਜੀ ਤੁਸੀਂ ਉਹ ਖੁੱਲ੍ਹ ਦਿੱਤੀ ਤੇ ਹੁਣ ਤੁਸੀਂ ਉਹ ਸਾਨੂੰ ਕਹਿੰਦੇ ਹੋ। ਤਾਂ ਇਸ ਗੱਲ ਨੂੰ ਸਮਝੀਏ,
ਕਰ ਅਸੀਂ ਆਪਣੀ ਮਰਜ਼ੀ ਰਹੇ ਹਾਂ, ਕਿਉਂਕਿ ਮੇਰੇ ਮਾਲਕ ਦੀ ਮਰਜ਼ੀ ਹੈ ਵੀ ਇਹ ਆਪਣੀ ਮਰਜ਼ੀ ਕਰਨ, ਪਰ ਮਰਜ਼ੀ ਕਰਦਿਆਂ ਕਰਦਿਆਂ ਗੁਰੂ ਦੀ ਕਹੀ ਹੋਈ ਗੱਲ ਨੂੰ ਨਾ ਭੁੱਲਣ, ਨਹੀਂ ਤੇ ਇਹ ਦੰਡ ਦੇ ਭਾਗੀਦਾਰ ਰਹਿਣਗੇ। ਤੇ ਇਸ ਕਰਕੇ ਮੇਰੇ ਮਾਲਕ ਨੇ ਇਸ ਪੌੜੀ ਦੇ ਵਿੱਚ ਸਮਝਾਇਆ ਬਈ ਕਿਤੇ ਇਹ ਨਾ ਤੁਸੀਂ ਭੁਲੇਖਾ ਖਾ ਲਿਓ, ਤੁਹਾਨੂੰ ਕਿਹਾ ਸੀ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਤੇ ਤੁਸੀਂ ਕਹੋ ਵੀ ਜੇ ਹੁਕਮ ਵੀ ਚੱਲਣਾ ਇਹਦਾ ਮਤਲਬ ਰੱਬ ਦਾ ਹੁਕਮ ਤੇ ਮੇਰੇ ਤੇ ਨਹੀਂ ਚੱਲਦਾ, ਕਿਉਂਕਿ ਮੈਂ ਫਿਰ ਆਪ ਹੀ ਕਰ ਰਿਹਾ, ਤਾਂ ਹੀ ਮੈਨੂੰ ਸਮਝਾਇਆ। ਹਜ਼ੂਰ ਨੇ ਸਮਝਾਇਆ ਨਹੀਂ ਭਾਈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਗਲਤੀ ਕਿੱਥੇ ਹੈ? ਨਾਨਕ ਹੁਕਮੈ ਜੇ ਬੁੱਝੈ, ਇੱਥੇ ਸਾਡੀ ਗਲਤੀ ਹੈ। ਦੇਖੋ ਮੈਂ ਕਰਦਾ ਇਹ ਸਭ ਕੁਝ, ਜੇ ਹੁਕਮ ਬੁੱਝ ਲਿਆ, ਨਹੀਂ ਮਾਲਕ ਨੇ ਹੱਥ ਦਿੱਤੇ ਸੀ ਤਾਂ ਮੈਂ ਕੁਝ ਕਰ ਸਕਿਆ, ਮਾਲਕ ਨੇ ਦਿਮਾਗ ਦਿੱਤਾ ਸੀ ਤਾਂ ਮੈਂ ਕੁਝ ਸੋਚ ਸਕਿਆ, ਮਾਲਕ ਨੇ ਪੈਰ ਦਿੱਤੇ ਸਨ ਤਾਂ ਮੈਂ ਇਹ ਕਾਰਜ ਕਰ ਸਕਿਆ, ਮਾਲਕ ਨੇ ਐਸੇ ਹਾਲਾਤ ਦਿੱਤੇ ਸਨ ਤਾਂ ਮੈਂ ਇਹ ਕਰ ਸਕਿਆ, ਮੇਰਾ ਘਰ ਪਰਿਵਾਰ ਮਾਲਕ ਨੇ ਬਖਸ਼ਿਸ਼ ਕੀਤਾ ਸੀ ਤਾਂ ਇਹਦੀ ਸਹਾਇਤਾ ਨਾਲ ਮੈਂ ਕਰ ਸਕਿਆ। ਫਿਰ ਉਹ ਹੰਕਾਰ ਨਹੀਂ ਕਰੇਗਾ। ਹੁਕਮ ਜੇ ਬੁੱਝ ਜਾਏ, ਅਸੀਂ ਤੇ ਕੁਝ ਕੰਮ ਕਰ ਲਈਏ, ਉਸੇ ਵੇਲੇ ਮੈਂ ਦੀ ਰੱਟ ਲੱਗ ਜਾਂਦੀ ਹੈ। ਹੁਣ ਤੇ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਨਾ, ਮੈਂ ਹੀ ਆ ਸਭ ਕੁਝ, ਰੱਬ ਤੇ ਹੈ ਹੀ ਨਹੀਂ। ਹੁਣ ਪੜੋ ਪੰਕਤੀ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨ ਕੋਏ, ਤਾਂ ਹਉਮੈ ਕਹੈ ਨ ਕੋਏ, ਤਾਂ ਹਉਮੈ ਕਹੈ ਨ ਕੋਏ, ਤਾਂ ਹਉਮੈ ਕਹੈ ਨ ਕੋਏ। ਅਸੀਂ ਹੁਕਮ ਨੂੰ ਬੁੱਝ ਲਈਏ, ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਯੋਗ ਬਣਾਇਆ ਤਾਂ ਮੈਂ ਕੁਝ ਕਰ ਸਕਿਆ, ਜੇ ਨਾ ਬਣਾਉਂਦਾ ਤੇ ਮੇਰੇ ਤੋਂ ਹੋਣਾ ਕੋਈ ਨਹੀਂ ਸੀ। ਤੇ ਜਦੋਂ ਵੀ ਕੋਈ ਚੰਗਾ ਹੋਵੇ ਤੇ ਇਹ ਕਹੀਏ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ। ਕਿਉਂਕਿ ਹੁਕਮ ਨੂੰ ਬੁੱਝ ਲਿਆ, ਪਹਿਚਾਣ ਲਿਆ, ਫਿਰ ਬੰਦਾ ਹੰਕਾਰ ਦੀਆਂ ਗੱਲਾਂ ਨਹੀਂ ਕਰਦਾ, ਉਹ ਧੰਨਵਾਦ ਹੀ ਕਰਦਾ ਹੈ। ਜੀ ਮੇਰੇ ਮਾਲਕ ਨੇ ਇਹ 2 ਪੌੜੀਆਂ ਦੇ ਵਿੱਚ ਜਿਹੜੀ ਗੱਲ ਸਾਨੂੰ ਸਮਝਾਈ, ਉਹਨੂੰ ਅਸੀਂ ਆਪਣੇ ਅੰਦਰ ਲੈ ਕੇ ਜਾਈਏ। ਸੋਚੀਏ, ਇਸ ਧਰਤੀ ਉੱਪਰ ਪਹਾੜ ਹੈਗੇ ਨੇ, ਮੈਦਾਨ ਹੈਗੇ ਨੇ, ਝੀਲਾਂ ਹੈਗੀਆਂ ਨੇ, ਸਮੁੰਦਰ ਹੈਗੇ ਨੇ, ਜੰਗਲ ਹੈਗੇ ਨੇ, ਮਾਰੂਥਲ ਹੈਗੇ ਨੇ। ਕਿਸ ਨੇ ਬਣਾਏ ਆ ਉਹ? ਕਿਸ ਨੇ ਬਣਾਏ ਨੇ ਉਹ? ਇਹ ਸੂਰਜ ਹੈਗਾ, ਚੰਦਰਮਾ ਹੈ, ਤਾਰੇ ਹੈ, ਧਰਤੀ ਹੈ, ਇੱਕ ਗਰਦਸ਼ ਦੇ ਵਿੱਚ ਨੇ, ਚੱਕਰ ਲਾ ਰਹੇ ਨੇ। ਇਹ ਗਰਦਸ਼ ਕਿਹਦੀ ਦੇਖ ਰੇਖ ਦੇ ਵਿੱਚ ਹੈ? ਕਿਹਦੇ ਹੁਕਮ ਦੇ ਵਿੱਚ ਇਹ ਸਾਰਾ ਕਾਰਜ ਹੋ ਰਿਹਾ? ਬਰਸਾਤ ਦੇ ਦਿਨਾਂ ਵਿੱਚ ਅਸੀਂ ਦੇਖ ਰਹੇ ਹਾਂ, ਦੇਖਦਿਆਂ ਬੱਦਲ ਆਕਾਸ਼ 'ਚ ਆ ਜਾਂਦੇ ਨੇ ਤੇ ਬੂੰਦ ਬੂੰਦ ਕਰਕੇ ਪਾਣੀ ਧਰਤੀ ਉੱਤੇ ਡਿੱਗਦਾ। ਦੇਖੋ ਨਾ ਕਿਵੇਂ ਸਮੁੰਦਰ ਤੋਂ ਪਾਣੀ ਉੱਠਿਆ, ਹੁਕਮ ਵਿੱਚ ਹੀ ਹੈ ਨਾ, ਸਾਰੇ ਪਾਸੇ ਜਾਣਾ ਹੈ। ਫਿਰ ਬੂੰਦ ਬੂੰਦ ਕਰਕੇ ਡਿੱਗਿਆ, ਹੁਕਮ ਹੈ ਨਾ, ਜੇ ਇਕੱਠੇ ਡਿੱਗ ਜਾਏ ਇੱਕ ਥਾਂ ਤੇ ਜਾ ਕੇ ਫਿਰ ਕੀ ਬਣੇਗਾ ਸਾਡਾ? ਸੋਚੋ। ਪਰ ਇੱਕ ਸਿਸਟਮ ਦੇ ਵਿੱਚ ਕਿਵੇਂ ਕਾਰਜ ਚੱਲ ਰਿਹਾ ਹੈ ਤਾਂ ਕਿ ਸਾਰੇ ਸੁਖਮਈ ਜੀਵਨ ਬਤੀਤ ਕਰ ਸਕਣ, ਉਸ ਨੂੰ ਹੁਕਮ ਨੂੰ ਮਹਿਸੂਸ ਕਰੀਏ ਤਾਂ ਸਾਡੇ ਅੰਦਰ ਧੰਨਵਾਦ ਨਿਕਲੇਗਾ, ਤਾਂ ਅਸੀਂ ਕਵਾਂਗੇ ਵਾਹ ਗੁਰੂ, ਫਿਰ ਹੋਏਗਾ ਇਹ ਕੰਮ। ਸੱਚੇ ਪਾਤਸ਼ਾਹ ਤੂੰ ਕਮਾਲ ਕਰ ਦਿੱਤੀ, ਸਾਡੇ ਜੀਵਨ ਵਿੱਚ ਸੁੱਖ ਰਹੇ, ਤੂੰ ਕੈਸੇ ਕੈਸੇ ਨਿਯਮ ਬਣਾ ਦਿੱਤੇ। ਸੂਰਜ ਆ ਜਾਂਦਾ ਸਮੇਂ ਸਿਰ, ਰਾਤ ਪੈ ਜਾਂਦੀ ਸਮੇਂ ਸਿਰ, ਮੀਂਹ ਆ ਜਾਂਦੇ ਸਮੇਂ ਸਿਰ, ਗਰਮੀ ਆ ਜਾਂਦੀ ਸਮੇਂ ਸਿਰ, ਸਰਦੀ ਆ ਜਾਂਦੀ ਸਮੇਂ ਸਿਰ, ਖਾਣ ਪੀਣ ਦੀਆਂ ਚੀਜ਼ਾਂ ਸਮੇਂ ਸਿਰ ਪੈਦਾ ਹੋ ਜਾਂਦੀਆਂ ਨੇ। ਇਹ ਮੇਰੇ ਵੱਸ ਵਿੱਚ ਹੈ ਜੇ ਮੈਂ ਕਹਾਂ, ਜਾਂ ਕਿਸੇ ਹੋਰ ਦੇ ਵੱਸ ਵਿੱਚ ਹੈ, ਫਿਰ ਤੇ ਆਪਾਂ ਬੜੇ ਵੱਡੇ ਭੁਲੇਖੇ ਵਿੱਚ ਹੀ ਹਾਂ। ਇਹ ਤੇ ਮੇਰੇ ਮਾਲਕ ਦੀ ਇੱਕ ਖੇਡ ਹੈ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਕਦੇ ਕਦੇ ਝਲਕਾਰੇ ਦਿਖਦੇ ਆ, ਫਿਰ ਨਦੀਆਂ ਦੇ ਵਿੱਚ ਟਿੱਬੇ ਨਜ਼ਰ ਆਉਣ ਲੱਗ ਪੈਂਦੇ ਆ, ਨਦੀਆਂ ਦੇ ਵਿੱਚ ਹੀ ਟਿੱਬੇ ਨਜ਼ਰ ਆਉਣ ਲੱਗ ਪੈਂਦੇ ਆ। ਜਿੱਥੇ ਖੁਸ਼ਕ ਧਰਤੀ ਹੁੰਦੀ ਹੈ ਉਹ ਪਾਣੀ ਵਿੱਚ ਡੋਬ ਦਿੰਦਾ ਮੇਰਾ ਮਾਲਕ, ਪਰ ਸਾਡੇ ਵਰਗੇ ਉਹਨੂੰ ਵੇਖ ਕੇ ਵੀ ਸਮਝਦੇ ਨਹੀਂ ਵੀ ਤਾਕਤ ਕਿਹਦੀ ਚੱਲੇਗੀ। ਉਦੋਂ ਇੰਨਾ ਅਸੀਂ ਹੁਣ ਤੱਕ ਤਰੱਕੀ ਕਰ ਲਈ, ਸਭ ਕੁਝ ਕਰ ਲਿਆ, ਐਡੀਆਂ ਮਸ਼ੀਨਾਂ ਬਣਾ ਲਈਆਂ, ਫਿਰ ਆਪਾਂ ਖਬਰਾਂ ਦੇਣ ਲੱਗਾ ਰੋਂਦੇ ਕਿਉਂ ਆ? ਆਹ ਹੋ ਗਿਆ ਜੀ, ਇੱਥੇ ਖਿਸਕ ਗਈ ਧਰਤੀ, ਇੱਥੇ ਕੁਝ ਹੋ ਗਿਆ। ਉਦੋਂ ਬੇਬਸ ਨਜ਼ਰ ਆ ਰਹੇ ਆ ਨਾ ਆਪਾਂ, ਬਿਲਕੁਲ ਉਦੋਂ ਵਿਚਾਰੇ ਜੇ ਨਜ਼ਰ ਆਉਂਦੇ ਆ ਨਾ,
ਉਦੋਂ ਪ੍ਰਧਾਨ ਮੰਤਰੀ ਨੂੰ ਵੀ ਆ ਕੇ ਅਪੀਲ ਕਰਨੀ ਪੈਂਦੀ ਹੈ, ਮੈਂ ਅਪੀਲ ਕਰਦਾ ਹਾਂ ਜੀ ਸਾਰੇ ਜਿਹੜੇ ਹੈਗੇ ਇਸ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾਓ। ਫਿਰ ਸਮਝੀਏ ਇਸ ਗੱਲ ਨੂੰ, ਹੁਕਮ ਕਿਸ ਦਾ ਚੱਲਦਾ ਹੈ, ਤਾਕਤਵਰ ਕੌਣ ਹੈ। ਤੇ ਜਦੋਂ ਅਸੀਂ ਬੁੱਝਾਂਗੇ, ਫਿਰ ਜਦੋਂ ਵੀ ਕੋਈ ਚੰਗਾ ਹੋਏਗਾ ਫਿਰ ਅਸੀਂ ਕਹਾਂਗੇ ਸੱਚੇ ਪਾਤਸ਼ਾਹ ਜੀਓ, ਸੱਚੇ ਪਾਤਸ਼ਾਹ ਜੀਓ ਤੇਰਾ ਸ਼ੁਕਰ ਹੈ, ਤੇਰਾ ਸ਼ੁਕਰ ਹੈ, ਆਪਣੀ ਕਿਰਪਾ ਬਣਾਈ ਰੱਖੀ। ਇਹਦੇ ਨਾਲ ਮੈਂ ਆਪਰੇਸ਼ਨ ਕਰਕੇ ਆ ਮਰ ਰਿਹਾ ਬੰਦਾ ਜਵਾ ਦਿੱਤਾ, ਮੇਰੇ ਹੱਥ ਚੱਲਦੇ ਰਹਿਣ। ਜੇ ਕੱਲ ਨੂੰ ਮੈਨੂੰ ਲਕਵਾ ਪੈ ਗਿਆ ਤੇ ਮੈਂ ਕੀ ਕਰਾਂਗਾ? ਕੁਝ ਵੀ ਨਹੀਂ ਕਰ ਸਕੇਗਾ। ਜਦੋਂ ਇਸ ਅਹਿਸਾਸ ਵਿੱਚ ਜੀਵਾਂਗੇ ਫਿਰ ਅਸੀਂ ਹੰਕਾਰੀ ਨਹੀਂ ਹੋਵਾਂਗੇ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਮਾਲਕ ਰਹਿਮਤ ਕਰੇ ਅਸੀਂ ਰੱਬ ਦੇ ਪਿਆਰ ਵਿੱਚ ਜੀਵੀਏ। ਸਮਾਂ ਸਮਾਪਤ ਹੈ, ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦੇ ਜਾਚਕ ਹਨ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ